ਦੈਂਤੀ ਡੰਡ ਉਬਾਰੀ ਨੇੜੇ ਆਏ ਕੈ, ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸਭ ਮਾਈ ਭਾਈ ਦਾਸ ਨੂੰ ਅਸੀਸ ਬਖਸ਼ਣ ਵਾਸਤੇ ਇੱਕ ਵਾਰ ਕਿਰਪਾ ਕਰੋ। ਸਭ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਆਪ ਜੀ ਰੋਜ਼ਾਨਾ ਚੰਡੀ ਦੀ ਵਾਰ ਦੀ ਪਾਠ ਵਿਚਾਰ ਜੋ ਸਤਿਗੁਰੂ ਜੀ ਦੀ ਬਖਸ਼ੀ ਹੋਈ ਬੁੱਧੀ ਅਨੁਸਾਰ ਕਰਨ ਦਾ ਆਪਾਂ ਯਤਨ ਕਰ ਰਹੇ ਹਾਂ, ਉਸ ਨੂੰ ਸ਼ਰਵਣ ਕਰ ਰਹੇ ਹੋ। ਹੁਣ ਤੱਕ ਚੰਡੀ ਦੀ ਵਾਰ ਦੇ ਮੰਗਲਾਚਰਨਾਂ ਤੋਂ ਬਾਅਦ ਮੈਖਾਸੁਰ ਰਾਖਸ਼ ਦਾ ਸੰਘਾਰ ਹੋ ਚੁੱਕਿਆ ਹੈ, ਧੂਮਰ ਲੋਚਨ ਮਾਰਿਆ ਜਾ ਚੁੱਕਿਆ, ਚੰਡਮੁੰਡ ਸੰਘਾਰੇ ਜਾ ਚੁੱਕੇ ਹਨ। ਹੁਣ ਸਰੋਣਤ ਬੀਜ ਅਥਵਾ ਰਕਤ ਬੀਜ ਦਾ ਯੁੱਧ ਜਿਹੜਾ ਹੈ ਉਹ ਚੱਲ ਰਿਹਾ ਹੈ। ਜਿਸ ਤਰ੍ਹਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਇਸ ਯੁੱਧ ਦਾ ਵਰਣਨ ਕਰਦੇ ਹਨ, ਉਹ ਆਪ ਜੀ ਸ਼ਰਵਣ ਕਰੋ ਜੀ। ਦੈਂਤੀ ਡੰਬ ਉਬਾਰੀ ਨੇੜੇ ਆਏ ਕੈ। ਦੈਂਤਾਂ ਨੇ, ਰਾਖਸ਼ਾਂ ਨੇ ਡੰਡ ਰੌਲਾ ਰੱਪਾ, ਆਮ ਕਰਕੇ ਅਸੀਂ ਸ਼ਬਦ ਵਰਤਦੇ ਹਾਂ ਕਿ ਉਹਨਾਂ ਨੇ ਬੜੀ ਡੰਡ ਪਾਈ। ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਹੈ ਡੰਡ ਚੁੱਕੀ, ਡੰਡ ਉਭਾਰੀ। ਰਾਖਸ਼ਾਂ ਨੇ ਨੇੜੇ ਆਣ ਕੇ ਤੇ ਬਹੁਤ ਰੌਲਾ ਰੱਪਾ ਪਾ ਦਿੱਤਾ। ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ। ਦੇਵੀ ਦੁਰਗਾ ਨੇ ਇਸ ਰੌਲੇ ਰੱਪੇ ਨੂੰ, ਇਸ ਸ਼ੋਰ ਨੂੰ ਸੁਣ ਕੇ ਤੇ ਸ਼ੇਰ ਦੀ ਸਵਾਰੀ ਕਰ ਲਈ, ਤਿਆਰੀ ਕਰ ਲਈ ਉਹਨਾਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਣ ਦੀ। ਖੱਬੇ ਦਸਤ ਉਭਾਰੀ ਗਦਾ ਫਿਰਾਏ ਕੈ। ਗਦਾ ਤੋਂ ਭਾਵ ਹੁੰਦਾ ਹੈ ਗੁਰਜ। ਦੇਵੀ ਦੁਰਗਾ ਨੇ ਆਪਣੇ ਖੱਬੇ ਹੱਥ ਵਿੱਚ ਗੁਰਜ ਫੜ ਕੇ ਤੇ ਉਸ ਨੂੰ ਨਾਲੇ ਘੁਮਾਇਆ ਔਰ ਉੱਚਾ ਕੀਤਾ। ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ। ਤੇ ਜਿਸ ਦੇ ਉੱਤੇ ਵੀ ਉਹਨਾਂ ਨੇ ਵਾਰ ਕੀਤਾ ਉਸ ਗੁਰਜ ਦਾ, ਉਹ ਉਸੇ ਵੇਲੇ ਮੌਤ ਦੀ ਗੋਦ ਵਿੱਚ ਜਾ ਸੁੱਤਾ। ਇਸ ਤਰ੍ਹਾਂ ਸਰੋਣਤ ਬੀਜ ਅਥਵਾ ਰਕਤ ਬੀਰਜ ਦੀ ਜਿਹੜੀ ਸਾਰੀ ਦੀ ਸਾਰੀ ਸੈਨਾ ਸੀ, ਉਸ ਨੂੰ ਦੇਵੀ ਦੁਰਗਾ ਨੇ ਨੇਸਤੋ ਨਾਬੂਦ ਕਰ ਦਿੱਤਾ, ਮਾਰ ਦਿੱਤਾ। ਜਨਮਦ ਖਾਏ ਮਧਾਰੀ ਘੂਮਣ ਸੂਰਮੇ। ਮੈਦਾਨੇ ਜੰਗ ਵਿੱਚ ਫੱਟੜ ਹੋਏ ਸੂਰਮਿਆਂ ਦੀ ਹਾਲਤ ਕਿੱਦਾਂ ਦੀ ਸੀ? ਸਾਹਿਬ ਕਹਿੰਦੇ ਨੇ ਜਾਣੋ ਕਿ ਮਦ ਖਾਏ ਮਦਾਰੀ। ਨਸ਼ਾ ਖਾ ਕੇ ਨਸ਼ਈ ਮਨੁੱਖ, ਨਸ਼ੇੜੀ ਮਨੁੱਖ ਜਿਹੜੇ ਨੇ ਉਹ ਨਸ਼ਾ ਖਾ ਕੇ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ। ਇਸ ਤਰ੍ਹਾਂ ਸੂਰਮੇ ਘੁਮੇਰੀਆਂ ਖਾ ਰਹੇ ਸਨ, ਜਿਸ ਤਰ੍ਹਾਂ ਨਸ਼ੇੜੀ ਬੰਦੇ ਜਿਹੜੇ ਨੇ ਉਹ ਨਸ਼ਾ ਖਾ ਕੇ ਘੁਮੇਰੀਆਂ ਖਾਂਦੇ ਹਨ। ਇਸ ਦਾ ਅਰਥ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਇਸ ਤਰ੍ਹਾਂ ਕੀਤਾ ਹੈ। ਉਹ ਕਹਿੰਦੇ ਨੇ ਕਿ ਮਦਾਰੀ ਤੋਂ ਭਾਵ ਹੈ ਉਹ ਲੋਕ, ਇੱਕ ਫਕੀਰਾਂ ਦਾ ਟੋਲਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਫਕੀਰਾਂ ਦੇ ਟੋਲੇ ਦਾ ਕੰਮ ਹੈ ਕਿ ਉਹ ਘੁੰਮ ਕੇ, ਜਿਸ ਤਰ੍ਹਾਂ ਘੁਮੇਰੀ ਪਾਉਂਦੇ ਨੇ ਮਸਤਾਨਿਆਂ ਨੂੰ, ਅਸੀਂ ਆਪ ਵੇਖਿਆ ਹੈ ਕਿ ਉਹ ਬਾਹਾਂ ਖਿਲਾਰ ਕੇ ਤੇ ਚਾਰ ਚਫੇਰੇ ਨੂੰ ਘੁੰਮਦੇ ਨੇ ਜਿਸ ਤਰ੍ਹਾਂ, ਤੇ ਉਹਨਾਂ ਨੂੰ ਮਦਾਰੀ ਆਖਿਆ ਜਾਂਦਾ। ਉਸ ਸੰਸਥਾ ਦਾ ਨਾਂ ਅਥਵਾ ਉਸ ਫਿਰਕੇ ਦਾ ਨਾਂ ਮਦਾਰੀ ਹੈ। ਤੇ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਉਹ ਫਕੀਰ ਜਿਹੜੇ ਨੇ ਉਹ ਨ੍ਰਿਤ ਕਰਦੇ ਹਨ, ਨਾਚ ਕਰਦੇ ਹਨ, ਇਸੇ ਤਰ੍ਹਾਂ ਹੀ ਇਹ ਜਿਹੜੇ ਸੂਰਮੇ ਸਨ, ਜਦੋਂ ਉਹਨਾਂ ਨੂੰ ਫੱਟ ਲੱਗਦੇ ਸਨ, ਉਹਨਾਂ ਦੇ ਪੈਰ ਖਿਸਕ ਜਾਂਦੇ ਸਨ ਧਰਤੀ ਤੋਂ, ਤੇ ਉਹ ਭੁਆਂਟਣੀਆਂ ਖਾ ਕੇ ਧਰਤੀ 'ਤੇ ਡਿੱਗ ਰਹੇ ਸਨ।
ਅਗਣਿਤ ਪਾਓ ਪਸਾਰੀ ਰੁਲੇ ਆਹਾੜ ਵਿੱਚ। ਆਹਾੜ ਤੋਂ ਭਾਵ ਹੈ ਮੈਦਾਨੇ ਜੰਗ, ਅਗਣਤ ਤੋਂ ਭਾਵ ਹੈ ਗਿਣਤੀ ਤੋਂ ਰਹਿਤ। ਬੇਗਿਣਤ ਸੂਰਮੇ ਜਿਹੜੇ ਸਨ ਉਹ ਮੈਦਾਨੇ ਜੰਗ ਵਿੱਚ ਪੈਰ ਪਸਾਰ ਕੇ ਲੇਟ ਗਏ, ਡਿੱਗ ਪਏ। ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ। ਉਹ ਇਸ ਤਰ੍ਹਾਂ ਨਿਸ਼ਚਿੰਤ ਹੋ ਕੇ ਪਏ ਹੋਏ ਸਨ ਕਿਉਂਕਿ ਉਹ ਮੌਤ ਦੇ ਅਗੋਸ਼ ਵਿੱਚ ਜਾ ਚੁੱਕੇ ਸਨ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਫਾਗ ਨੂੰ, ਫਾਗ ਤੋਂ ਭਾਵ ਹੁੰਦਾ ਹੈ ਹੋਲੀ, ਹੋਲੀ ਖੇਡ ਕੇ ਖਿਡਾਰੀ ਜਿਹੜੇ ਨੇ ਉਹ ਨਿਸ਼ਚਿੰਤ ਹੋ ਕੇ ਸੁੱਤੇ ਹੋਏ ਹੋਣ। ਹੋਲੀ ਦੇ ਵਿੱਚ ਰੰਗਾਂ ਦੀ ਖੇਡ ਹੁੰਦੀ ਹੈ, ਜਿਸ ਤਰ੍ਹਾਂ ਰੰਗਾਂ ਦੀ ਖੇਡ ਹੋਲੀ ਵਿੱਚ ਹੁੰਦੀ ਹੈ ਉਸ ਤਰ੍ਹਾਂ ਇਹਨਾਂ ਦੇ ਕੱਪੜੇ ਵੀ ਜਿਹੜੇ ਨੇ ਉਹ ਰੰਗਾਂ ਨਾਲ ਭਰੇ ਹੋਏ ਨੇ। ਅਤੇ ਜਿਸ ਤਰ੍ਹਾਂ ਉਹ ਆਰਾਮ ਕਰਨ ਵਾਸਤੇ ਖਿਡਾਰੀ ਜਿਹੜੇ ਨੇ ਉਹ ਲੇਟ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਵੀ ਨਿਸ਼ਚਿੰਤਤਾ ਦੇ ਵਿੱਚ ਡਿੱਗੇ ਹੋਏ ਹਨ। ਸ਼ਰਣਵਤ ਬੀਜ ਹਕਾਰੇ ਰਹਦੇ ਸੂਰਮੇ। ਜਦੋਂ ਉਸ ਦੇ ਪਹਿਲਾਂ ਆਏ ਹੋਏ ਸਾਰੇ ਸੂਰਮੇ ਯੋਧੇ ਜਿਹੜੇ ਸਨ ਉਹ ਮੈਦਾਨੇ ਜੰਗ ਵਿੱਚ ਮੌਤ ਨੂੰ ਪਿਆਰੇ ਹੋ ਗਏ ਤਾਂ ਉਸ ਨੇ ਰਹਿੰਦੇ ਜਿਹੜੇ ਸੂਰਮੇ ਸਨ ਉਹ ਵੀ ਸਾਰੇ ਸੱਦ ਲਏ। ਜੋਧੇ ਜੇੜ ਮੁਨਾਰੇ ਦਿਸਣ ਖੇਤ ਵਿੱਚ। ਉਹ ਵੱਡੇ ਆਕਾਰ ਦੇ ਸੂਰਮੇ ਜਿਹੜੇ ਮੀਨਾਰਾਂ ਵਰਗੇ ਸਨ ਉਹ ਮੈਦਾਨੇ ਜੰਗ ਵਿੱਚ ਬੜੇ ਵਿਸ਼ਾਲ ਦੀਰਘ ਕਾਇਆ ਜਿਹੜੇ ਮੀਨਾਰਾਂ ਵਰਗੇ ਜਾਪ ਰਹੇ ਸਨ। ਸਭਨੀ ਦਸਤ ਉਭਾਰੇ ਤੇਗਾਂ ਧੂਹ ਕੈ। ਉਹਨਾਂ ਸੂਰਮਿਆਂ ਨੇ ਤਲਵਾਰਾਂ ਖਿੱਚ ਲਈਆਂ ਮਿਆਨਾਂ ਵਿੱਚੋਂ ਅਤੇ ਸਾਰਿਆਂ ਨੇ ਆਪਣੇ ਹੱਥ ਜਿਹੜੇ ਸੀ ਉੱਚੇ ਉਠਾਏ, ਭਾਵ ਮਾਰਨ ਵਾਸਤੇ, ਵਾਰ ਕਰਨ ਵਾਸਤੇ ਅੱਗੇ ਵਧੇ। ਮਾਰੇ ਮਾਰ ਪੁਕਾਰੇ ਆਏ ਸਾਹਮਣੇ। ਅਤੇ ਮਾਰੋ ਮਾਰ ਕਰਦੇ ਹੋਏ ਮਾਰ ਲਓ, ਮਾਰ ਲਓ, ਫੜ ਲਓ, ਫੜ ਲਓ, ਇਸ ਤਰ੍ਹਾਂ ਦਾ ਨਾਦ ਗੂੰਜਾਉਂਦੇ ਹੋਏ, ਇਸ ਤਰ੍ਹਾਂ ਦੀਆਂ ਆਵਾਜ਼ਾਂ ਦਿੰਦੇ ਹੋਏ ਸੂਰਮੇ ਜਿਹੜੇ ਸਨ ਉਹ ਦੇਵੀ ਦੁਰਗਾ ਦੇ ਸਨਮੁਖ ਆ ਡਟੇ। ਸੰਜਾਂ ਤੇ ਠਣਕਾਰੇ ਤੇਗੀ ਉਭਰੇ। ਜਦੋਂ ਤੇਗਾਂ ਉਭਰੀਆਂ, ਤਲਵਾਰਾਂ ਉੱਚੀਆਂ ਹੋਈਆਂ, ਅੱਗੇ ਸੰਜੋਆਂ ਸਨ ਪਾਈਆਂ ਹੋਈਆਂ ਸੂਰਮਿਆਂ ਨੇ। ਸੰਜੋਆਂ ਦੇ ਉੱਤੇ ਜਦੋਂ ਉਹ ਤਲਵਾਰਾਂ ਵੱਜਦੀਆਂ ਨੇ ਅਤੇ ਲੋਹੇ ਉੱਤੇ ਲੋਹਾ ਵੱਜਣ ਦੇ ਨਾਲ ਇੱਕ ਇਸ ਤਰ੍ਹਾਂ ਦੀ ਟਣਕਾਰ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ। ਘਾੜ ਕੜਨ ਠਠਿਆਰੇ ਜਾਣ ਬਣਾਏ ਕੈ। ਇਸ ਤਰ੍ਹਾਂ ਜਾਪ ਰਿਹਾ ਹੈ ਜਾਣੋ ਕਿ ਜਿਵੇਂ ਠਠਿਆਰ ਲੋਕ, ਠਠਿਆਰ ਉਸ ਨੂੰ ਕਿਹਾ ਜਾਂਦਾ ਹੈ ਜਿਹੜੇ ਧਾਤੂ ਦਾ ਕੰਮ ਕਰਦੇ ਨੇ। ਸੋਨੇ ਤੋਂ ਬਿਨਾਂ ਜਿਹੜਾ ਦੂਜੇ ਧਾਤਾਂ ਦਾ, ਪਿੱਤਲ ਆਦਿਕ ਦਾ ਕੰਮ, ਕਾਂਸੀ ਦਾ ਕੰਮ, ਲੋਹੇ ਦਾ ਕੰਮ ਜਿਹੜੇ ਕਰਦੇ ਨੇ ਉਹਨਾਂ ਨੂੰ ਠਠਿਆਰ ਆਖਿਆ ਜਾਂਦਾ। ਜਿਸ ਤਰ੍ਹਾਂ ਘੜੇ ਬਣਾਉਣ ਵਾਲਾ ਕੁੰਭਕਾਰ ਭਾਵ ਘੁਮਿਆਰ ਹੁੰਦਾ, ਸੋਨਾ ਬਣਾਉਣ ਵਾਲਾ ਸੁਨਿਆਰ ਹੁੰਦਾ, ਇਸੇ ਤਰ੍ਹਾਂ ਦੂਜੀਆਂ ਧਾਤਾਂ ਬਰਤਨ ਬਣਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਠਠਿਆਰ ਆਖਿਆ ਜਾਂਦਾ ਹੈ। ਅਤੇ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਠਠਿਆਰ ਜਿਹੜੇ ਨੇ ਉਹ ਭਾਂਡੇ ਬਣਾਉਂਦੇ ਨੇ ਅਤੇ ਉਹਨਾਂ ਦੀ ਆਵਾਜ਼ ਆਉਂਦੀ ਹੈ, ਉਸ ਤਰ੍ਹਾਂ ਦੀ ਆਵਾਜ਼ ਸੰਜੋਵਾਂ ਉੱਤੇ ਤਲਵਾਰਾਂ ਵੱਜਣ ਦੇ ਨਾਲ ਉੱਭਰ ਰਹੀ ਸੀ। ਸੱਟ ਪਈ ਜਮਤਹਾਣੀ ਦਲਾਂ ਮੁਕਾਬਲਾ। ਜਿਹੜੇ ਦੋਹਰੇ ਨਗਾਰੇ ਸਨ ਉਹਨਾਂ ਦੇ ਉੱਤੇ ਸੱਟ ਵੱਜੀ, ਭਾਵ ਚੋਟਾਂ ਲੱਗੀਆਂ। ਨਗਾਰਿਆਂ 'ਤੇ ਚੋਟਾਂ ਲੱਗਣ ਨਾਲ ਮੁਕਾਬਲਾ ਜਿਹੜਾ ਸੀ ਉਹ ਹੋਰ ਜੋਸ਼ ਨਾਲ ਸ਼ੁਰੂ ਹੋਇਆ। ਘੂਮਰ ਬਰਗਸਤਾਨੀ ਦਲ ਵਿੱਚ ਕੱਤਿਓ। ਘੂਮਰ ਬਰਗਸਤਾਨੀ, ਬਰਗਸਤਾਨ ਸ਼ਬਦ ਜਿਹੜਾ ਹੈ ਇਸ ਦਾ ਮੂਲ ਸ਼ਬਦ ਹੈ ਫਾਰਸੀ ਦਾ। ਇਹ ਸ਼ਬਦ ਹੈ ਬਰਗਸਤਨ। ਗਸਤ ਤੋਂ ਭਾਵ ਹੁੰਦਾ ਹੈ ਜਾਣਾ। ਬਰਗਸਤਨ ਬੇਮੁਖ ਹੋ ਕੇ ਦੌੜ ਜਾਣਾ, ਭਾਵ ਕਾਇਰ ਬਣ ਕੇ, ਬੁਜ਼ਦਿਲ ਬਣ ਕੇ, ਪਿੱਠ ਵਿਖਾ ਕੇ ਦੌੜ ਜਾਣ ਨੂੰ ਆਖਿਆ ਜਾਂਦਾ ਹੈ ਬਰਗਸਤਨ। ਅਤੇ ਇੱਥੇ ਹੈ ਪਾਠ ਬਰਗਸਤਾਨ, ਕਿਉਂਕਿ ਪੰਜਾਬੀ ਵਿੱਚ ਆਇਆ ਕਾਵ ਪਿੰਗਲ ਦੇ ਅਨੁਸਾਰ ਉਸ ਨੂੰ ਤੁਕਾਂਤ ਨੂੰ ਪੂਰਾ ਕਰਨ ਵਾਸਤੇ ਕੰਨਾ ਲਾਇਆ ਗਿਆ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਘੂਮਰ ਬਰਗਸਤਾਨੀ, ਜਿਹੜਾ ਪਿੱਛੇ ਮੁੜ ਜਾਣ ਦਾ, ਕਾਇਰ ਹੋ ਕੇ, ਬੁਜ਼ਦਿਲ ਹੋ ਕੇ ਭੱਜ ਜਾਣ ਵਾਲੀ ਘੂਮਰ ਭਾਵ ਨਾਚ ਸੀ, ਖੇਡ ਜਿਹੜੀ ਸੀ ਉਹ ਮੈਦਾਨੇ ਜੰਗ ਵਿੱਚ ਪੈ ਗਈ। ਭਾਵ ਸੂਰਮੇ ਜਿਹੜੇ ਸਨ ਉਹ ਮੈਦਾਨ ਛੱਡ ਕੇ ਭੱਜਣ ਲੱਗੇ। ਸਣੇ ਤੁਰਾ ਪਲਾਣੀ ਡਿੱਗਣ ਸੂਰਮੇ। ਜਿਹੜੇ ਕਾਇਰ ਅਤੇ ਮੂਜ਼ੀ ਲੋਕ ਸਨ ਉਹ ਤੇ ਭੱਜਦੇ ਸਨ, ਪਰ ਜਿਹੜੇ ਸੂਰਮੇ ਸਨ
ਉਹ ਆਪਣੇ ਘੋੜਿਆਂ ਅਤੇ ਉਹਨਾਂ ਦੇ ਪਲਾਣਾ ਸਹਿਤ ਵੱਡੇ ਕੱਟੇ ਧਰਤੀ ਉੱਤੇ ਡਿੱਗ ਰਹੇ ਸਨ। ਉਠ ਉਠ ਮੰਗਣ ਪਾਣੀ ਘਾਇਲ ਘੂਮਦੇ। ਜਿਹੜੇ ਜ਼ਖਮੀ ਹੋਏ ਸਨ ਉਹ ਘੁੰਮਦੇ ਹੋਏ ਘੁਮੇਰੀਆਂ ਭਵੰਟਣੀਆਂ ਖਾਂਦੇ ਹੋਏ ਉੱਠ ਉੱਠ ਕੇ ਪਾਣੀ ਮੰਗ ਰਹੇ ਸਨ। ਪਾਣੀ ਪਾਣੀ ਦੀਆਂ ਆਵਾਜ਼ਾਂ ਆ ਰਹੀਆਂ ਸਨ। ਏਵੜ ਮਾਰ ਵਿਹਾਣੀ ਉੱਪਰ ਰਾਖਸਾਂ। ਸਾਹਿਬ ਫਰਮਾਉਂਦੇ ਹਨ ਕਿ ਰਾਖਸ਼ਾਂ ਦੇ ਉੱਤੇ ਇੰਨੀ ਵੱਡੀ ਮਾਰ ਪਈ। ਬਿਜਲ ਜਿਉ ਚਰਲਾਣੀ ਉੱਠੀ ਦੇਵਤਾ। ਬਿਜਲ ਜਿਉ ਝਰਲਾਣੀ ਉੱਠੀ ਦੇਵਤਾ। ਇਹਦੇ ਦੋ ਅਰਥ ਕਰਦੇ ਨੇ। ਇੱਕ ਅਰਥ ਤੇ ਇਹ ਕੀਤਾ ਜਾਂਦਾ, ਜਦੋਂ ਪਾਠ ਦੇਵਤਾ ਕਰਾਂਗੇ, ਬਿੰਦੀ ਲਾ ਕੇ ਪਾਠ ਕਰਾਂਗੇ ਤਾਂ ਉਸ ਦਾ ਅਰਥ ਦੇਵਤਿਆਂ ਦਾ ਭਾਵ ਬਣ ਜਾਏਗਾ। ਬਿਜਲ ਜੂ ਚਰਲਾਣੀ ਉੱਠੀ ਦੇਵਤਾ। ਦੇਵਤਿਆਂ ਦੇ ਅੰਦਰ ਇੱਕ ਖੁਸ਼ੀ ਦੀ ਝਰਨਾਹਟ ਫਿਰ ਗਈ। ਜਿਸ ਤਰ੍ਹਾਂ ਬਿਜਲੀ ਦੀ ਝਰਨਾਹਟ ਫਿਰਦੀ ਹੈ, ਇਸ ਤਰ੍ਹਾਂ ਉਹਨਾਂ ਸਾਰਿਆਂ ਦੇਵਤਿਆਂ ਦੇ ਅੰਦਰ ਖੁਸ਼ੀ ਦੀ ਝਰਨਾਹਟ ਫਿਰ ਗਈ। ਇੱਕ ਤਾਂ ਇਹ ਅਰਥ ਹੁੰਦਾ ਹੈ। ਦੂਸਰਾ ਹੈ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ। ਉੱਥੇ ਬਿੰਦੀ ਨਹੀਂ ਲਾਉਂਦੇ, ਉੱਥੇ ਦੇਵਤਾ ਤੋਂ ਭਾਵ ਜਿਹੜਾ ਹੈ ਦੇਵੀ ਦੁਰਗਾ ਲੈਂਦੇ ਨੇ। ਉਹ ਕਹਿੰਦੇ ਨੇ ਜਿਸ ਤਰ੍ਹਾਂ ਬਿਜਲੀ ਪੈਂਦੀ ਹੈ ਨਾ, ਬਿਜਲ ਜਿਉ ਚਰਲਾਣੀ ਤੋਂ ਭਾਵ ਉਹ ਲੈਂਦੇ ਹਨ ਚਮਕੀ ਹੈ, ਕੜਕੀ ਹੈ। ਜਿਸ ਤਰ੍ਹਾਂ ਬਿਜਲੀ ਕੜਕਦੀ ਹੈ ਆਕਾਸ਼ ਦੇ ਵਿੱਚੋਂ, ਬੱਦਲ ਹੋਇਆ ਹੋਵੇ, ਬਿਜਲੀ ਕੜਕਦੀ ਹੈ, ਗੜਗੜਾਹਟ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਨੇ ਇਸ ਤਰ੍ਹਾਂ ਉਹ ਬਿਜਲੀ ਕੜਕਦੀ ਹੋਈ ਦੇਵੀ ਦੁਰਗਾ ਜਿਹੜੀ ਸੀ ਉਹਨਾਂ ਰਾਖਸ਼ਾਂ ਦੇ ਦਲ ਉੱਤੇ ਪੈ ਗਈ। 24 ਧੌਸ ਉਭਾਰੀ ਦਲਾਂ ਮੁਕਾਬਲਾ। ਕਹਿੰਦੇ ਨੇ ਨਗਾਰਿਆਂ ਦੇ ਉੱਤੇ ਚੋਭਾਂ ਲੱਗੀਆਂ, ਭਾਵ ਨਗਾਰਿਆਂ ਦੇ ਉੱਤੇ ਚੋਟਾਂ ਲੱਗਣ ਦੇ ਨਾਲ ਮੁਕਾਬਲਾ ਜਿਹੜਾ ਸੀ ਹੋਰ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ। ਪਰ ਪਲਾਂ ਵਿੱਚ ਹੀ ਦੇਵੀ ਦੁਰਗਾ ਨੇ ਜਿਹੜਾ ਵਿਰੋਧੀ ਦਲ ਰਾਖਸ਼ਾਂ ਦਾ ਦਲ ਸੀ, ਦਾਨਵਾਂ ਦਾ ਦਲ ਸੀ, ਉਸ ਨੂੰ ਮਾਰ ਕੇ ਮੈਦਾਨੇ ਜੰਗ ਨੂੰ ਵਿਹਲਾ ਕਰ ਦਿੱਤਾ। ਦੁਰਗਾ ਦਾਨੋ ਮਾਰੇ ਰੋਹ ਬੜਾਏ ਕੈ। ਦੁਰਗਾ ਦਾਨੋ ਮਾਰੇ ਰੋਹ ਬੜਾਏ ਕੈ। ਗੁੱਸਾ ਵਧਾ ਕੇ, ਆਪਣੇ ਮਨ ਵਿੱਚ ਕ੍ਰੋਧ ਕਰਕੇ, ਜੋਸ਼ ਕਰਕੇ ਦੇਵੀ ਦੁਰਗਾ ਨੇ ਦਾਨਵਾਂ ਦਾ ਸੰਘਾਰ ਕਰ ਦਿੱਤਾ, ਮਾਰ ਸੁੱਟੇ। ਸਿਰ ਵਿੱਚ ਤੇਗ ਵਗਾਈ ਸ਼ਰਣਵਤ ਬੀਜ ਦੇ। ਜਦੋਂ ਫੌਜਾਂ ਮਾਰੀਆਂ ਜਾ ਚੁੱਕੀਆਂ ਸਨ, ਫਿਰ ਵਾਰੀ ਆ ਗਈ ਸਰੋਣਤ ਬੀਜ ਦੀ ਅਥਵਾ ਰਕਤ ਬੀਰਜ ਦੀ। ਤੇ ਉਸ ਰਕਤ ਬੀਰਜ ਦੇ ਸਿਰ ਵਿੱਚ ਦੇਵੀ ਦੁਰਗਾ ਨੇ ਜਿਹੜੀ ਤਲਵਾਰ ਸੀ ਉਹ ਜ਼ੋਰ ਦੇ ਨਾਲ ਮਾਰੀ। ਅਗਣਿਤ ਦਾਨੋ ਭਾਰੇ ਹੋਏ ਲੋਹੂਆਂ। ਪਰ ਜਿਉਂ ਹੀ ਉਹਦੇ ਤਲਵਾਰ ਵੱਜੀ, ਉਸ ਦਾ ਨਾਂ ਵੀ ਸਰੋਣਤ ਬੀਜ ਅਥਵਾ ਰਕਤ ਬੀਰਜ ਇਸੇ ਵਾਸਤੇ ਹੈ ਕਿ ਜਿਸ ਪਾਸੇ ਉਸ ਦੇ ਰਕਤ ਦੀ ਖੂਨ ਦੀ ਬੂੰਦ ਡਿੱਗੇ, ਉਹਦੇ ਵਿੱਚੋਂ ਬਹੁਤ ਸਾਰੇ ਰਾਕਸ਼ ਜਿਹੜੇ ਸਨ ਉਹ ਪੈਦਾ ਹੋ ਜਾਂਦੇ ਸਨ। ਉਸੇ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਰਕਤ ਬੀਰਜ ਜਿਹੜੇ ਸਨ ਉਹ ਪੈਦਾ ਹੋ ਜਾਂਦੇ ਸਨ। ਤੇ ਉਹ ਸਾਹਿਬ ਫਰਮਾਨ ਕਰਦੇ ਨੇ ਕਿ ਜਿਉਂ ਹੀ ਉਹ ਤਲਵਾਰ ਵੱਜੀ ਉਹਦੇ ਸਿਰ ਵਿੱਚ, ਤੇ ਅਣਗਿਣਤ ਸੂਰਤਾਂ ਜਿਹੜੀਆਂ ਸਨ ਉਹ ਰਕਤ ਬੀਜ ਦੀਆਂ ਬਣ ਕੇ ਸਾਹਮਣੇ ਆ ਗਈਆਂ। ਜੋ ਦੇ ਜੇੜ ਮੁਨਾਰੇ ਅੰਦਰ ਖੇਤ ਦੇ। ਤੇ ਜਿੱਦਾਂ ਦਾ ਉਹ ਰਕਤ ਬੀਰਜ ਆਪ ਸੂਰਮਾ ਸੀ, ਉਸੇ ਤਰ੍ਹਾਂ ਦੇ ਮੀਨਾਰਾਂ ਵਰਗੇ ਵੱਡੇ ਵੱਡੇ ਯੋਧੇ ਸੂਰਮੇ ਜਿਹੜੇ ਸਨ ਉਹ ਮੈਦਾਨੇ ਜੰਗ ਵਿੱਚ ਉਸੇ ਵੇਲੇ ਪ੍ਰਗਟ ਹੋ ਗਏ। ਦੁਰਗਾ ਨੂੰ ਲਲਕਾਰਨ ਆਵਣ ਸਾਹਮਣੇ। ਉਹ ਉਸੇ ਜੋਸ਼ ਨਾਲ ਹੀ, ਉਸੇ ਕ੍ਰੋਧ ਨਾਲ ਹੀ ਦੁਰਗਾ ਦੇਵੀ ਨੂੰ ਲਲਕਾਰਦੇ ਹੋਏ ਸਾਹਮਣੇ ਆ ਰਹੇ ਸਨ। ਦੁਰਗਾ ਸਭ ਸੰਘਾਰੇ ਰਾਕਸ ਆਮਦੇ। ਪਰ ਉਸ ਮਹਾਸ਼ਕਤੀ ਦੁਰਗਾ ਨੇ ਆਉਂਦੇ ਹੋਏ ਰਾਖਸ਼ਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ। ਰਤ ਦੇ ਪਰਨਾਲੇ ਤਿੰਨ ਤੇ ਹੋਏ ਪਏ। ਪਰ ਉਹ ਜਿਉਂ-ਜਿਉਂ ਉਹਨਾਂ ਨੂੰ ਮਾਰਦੇ ਹਨ ਤੇ ਉਹਨਾਂ ਦੇ ਨਾਲ ਰਤ ਦੇ ਭਾਵ ਖੂਨ ਦੇ ਪਰਨਾਲੇ ਜਿਹੜੇ ਨੇ ਉਹਨਾਂ ਦੇ ਸਰੀਰ ਵਿੱਚੋਂ ਛੁੱਟਦੇ ਨੇ। ਵੱਡੇ ਵੱਡੇ ਸਰੀਰ ਹਨ, ਇਸ ਵਾਸਤੇ ਖੂਨ ਜਿਹੜਾ ਉਹ ਵੀ ਪਰਨਾਲਿਆਂ ਵਾਂਗੂ ਛੁੱਟਦਾ। ਜਿਸ ਤਰ੍ਹਾਂ ਕਿਸੇ ਛੱਤ 'ਤੇ ਪਰਨਾਲਾ ਲਾਇਆ ਹੁੰਦਾ ਤੇ ਜ਼ੋਰਦਾਰ ਮੀਂਹ ਪੈਣ ਨਾਲ ਜਿਸ ਤਰ੍ਹਾਂ ਉਹਦੇ ਵਿੱਚੋਂ ਪਾਣੀ ਜਿਹੜਾ ਧਰਤੀ 'ਤੇ ਡਿੱਗਦਾ ਹੈ, ਇਸੇ ਤਰ੍ਹਾਂ ਹੀ ਕਹਿੰਦੇ ਨੇ ਉਹਨਾਂ ਦੇ ਸਰੀਰਾਂ ਵਿੱਚੋਂ ਵੀ ਰਤ ਦੇ ਖੂਨ ਦੇ ਪਰਨਾਲੇ ਜਿਹੜੇ ਸਨ ਉਹ ਧਰਤੀ ਉੱਤੇ ਵਹਿ ਤੁਰੇ। ਉੱਠੇ ਕਾਰਨ ਆਰੇ ਰਾਕਸ ਹੜਹੜਾਏ। ਪਰ ਹੁਣ ਇੱਕ ਨੂੰ ਮਾਰਨ ਤੋਂ ਇੰਨੇ ਸੂਰਮੇ ਤਿਆਰ ਹੋਏ ਸਨ,
ਹੁਣ ਇੱਕ ਇੱਕ ਨੂੰ ਜਦੋਂ ਮਾਰਿਆ ਗਿਆ, ਉਹਨਾਂ ਦੇ ਉੱਤੇ ਸੱਟਾਂ ਮਾਰੀਆਂ ਗਈਆਂ, ਉਹਨਾਂ ਦੇ ਉੱਤੇ ਵਾਰ ਕੀਤੇ ਗਏ, ਤੇ ਕਾਰਨ ਆਰੇ ਭਾਵ ਜੰਗਜੂ ਜੰਗ ਕਰਨ ਵਾਲੇ ਸੂਰਮੇ ਜਿਹੜੇ ਸਨ ਉਹ ਬਹੁਤ ਸਾਰੇ ਉਹਦੇ ਵਿੱਚੋਂ ਪੈਦਾ ਹੋ ਗਏ, ਤੇ ਅਟਹਾਸ ਕਰਦੇ ਹੋਏ ਹੜ ਕਰਕੇ ਹੱਸਦੇ ਹੋਏ ਜਿਹੜੇ ਸਨ ਉਹ ਦੇਵੀ ਦੁਰਗਾ ਦੇ ਸਾਹਮਣੇ ਆ ਗਏ। ਤੱਗਾਂ ਸੰਗਲਿਆਲੀ ਸੰਗਰਵਾਇਆ। ਹੁਣ ਮੈਦਾਨੇ ਜੰਗ ਵਿੱਚ ਸੰਗਲੀਆਂ ਨਾਲ ਬੱਝੀਆਂ ਹੋਈਆਂ ਜਿਹੜੇ ਦੋਹਰੀਆਂ ਚੋਟਾਂ ਲੱਗੀਆਂ ਹਨ ਨਗਾਰਿਆਂ ਦੇ ਉੱਤੇ, ਭਾਵ ਦੋਹਰੇ ਨਗਾਰੇ ਜਿਹੜੇ ਨੇ ਉਹਨਾਂ ਦੇ ਉੱਤੇ ਚੋਟਾਂ ਲੱਗਣ ਦੇ ਨਾਲ ਸੰਗਰ ਭਾਵ ਜਿਹੜਾ ਯੁੱਧ ਹੈ ਉਸ ਦਾ ਨਾਦ ਵੱਜ ਉੱਠਿਆ, ਭਾਵ ਯੁੱਧ ਸ਼ੁਰੂ ਹੋ ਗਿਆ। ਬਰਸ਼ੀ ਬੰਬਲਿਆਲੀ ਸੂਰੇ ਸੰਘਰੇ। ਬਰਸ਼ੀ ਬੰਬਲਿਆਲੀ, ਇਹਦਾ ਦੋ ਪਾਠ ਜਿਹੜੇ ਨੇ ਉਹ ਪ੍ਰਚਲਿਤ ਨੇ। ਪੁਰਾਤਨ ਬੀੜਾਂ ਵਿੱਚੋਂ ਬੰਬਲਿਆਲੀ ਪਾਠ ਵੀ ਮਿਲਦਾ ਹੈ। ਬੰਬਲਿਆਲੀ ਆਮ ਪ੍ਰਚਲਿਤ ਪਾਠ ਹੈ, ਪਰ ਪੁਰਾਤਨ ਬੀੜਾਂ ਵਿੱਚੋਂ ਬੰਬਲਿਆਲੀ ਪਾਠ ਵੀ ਮਿਲਦਾ ਹੈ। ਵੈਸੇ ਜਿਹੜਾ ਪੰਜਾਬੀ ਦੇ ਹਿਸਾਬ ਨਾਲ ਬੰਬਲਾ ਸ਼ਬਦ ਜਿਹੜਾ ਉਹ ਫੁੰਮਣ ਵਾਸਤੇ ਜ਼ਿਆਦਾ ਵਰਤਿਆ ਜਾਂਦਾ, ਜਿਹੜਾ ਫੁੱਲ ਜਿਹਾ ਬਣਿਆ ਹੁੰਦਾ ਫੁੰਮਣ ਜਿਸ ਨੂੰ ਅਸੀਂ ਆਖ ਦਿੰਦੇ ਹਾਂ, ਉਹਦੇ ਵਾਸਤੇ ਬੰਬਲੀ ਸ਼ਬਦ ਜਿਹੜਾ ਹੈ ਉਹ ਜ਼ਿਆਦਾ ਵਰਤਿਆ ਜਾਂਦਾ। ਅਤੇ ਉਹ ਬਰਸ਼ੀਆਂ ਨੂੰ ਲੱਗੇ ਹੋਏ ਫੁੰਮਣ ਆਦਿਕ ਜਿਹੜੇ ਸਨ ਉਹਨਾਂ ਸ਼ਿੰਗਾਰੀਆਂ ਹੋਈਆਂ ਬਰਸ਼ੀਆਂ ਦੇ ਨਾਲ ਬਹੁਤ ਸਾਰੇ ਸੂਰਮੇ ਜਿਹੜੇ ਸਨ ਉਹ ਸੰਗਰੇ। ਸੰਗਰੇ ਤੋਂ ਭਾਵ ਹੈ ਦੋ ਅਰਥ ਹੋਣਗੇ ਸੰਗਰੇ ਦੇ ਵੀ। ਇੱਕ ਤੇ ਸੰਗਰ ਜੇ ਪਾਠ ਕਰਾਂਗੇ, ਸੰਗਰੇ ਭਾਵ ਮੈਦਾਨੇ ਜੰਗ ਵਿੱਚ। ਦੂਸਰਾ ਹੈ ਸੰਘਰੇ, ਸ਼ਬਦ ਉਹੀ ਰਹੇਗਾ, ਉਚਾਰਨ ਦਾ ਫਰਕ ਪੈ ਜਾਏਗਾ ਕਿ ਸੂਰਮੇ ਮਾਰੇ ਗਏ। ਪੇੜ ਮਚਿਆ ਬੀਰਾਲੀ ਦੁਰਗਾ ਦਾਨਵੀ। ਦੁਰਗਾ ਅਤੇ ਦਾਨਵਾਂ ਦਾ, ਰਾਖਸ਼ਾਂ ਦਾ ਜਿਹੜਾ ਇਹ ਯੁੱਧ ਹੋ ਰਿਹਾ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬੜਾ ਸੂਰਮਿਆਂ ਵਾਲਾ ਯੁੱਧ ਹੈ। ਮਾਰ ਮਚੀ ਮੋਹਰਾਲੀ ਅੰਦਰ ਖੇਤ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਰ ਮੱਚੀ ਮੋਹਰਾਲੀ ਅੰਦਰ ਖੇਤ ਦੇ। ਮੋਹਰਲੀ ਕਤਾਰ ਦੇ ਜਿਹੜੇ ਸੂਰਮੇ ਹਨ, ਜਾਂ ਇੰਜ ਕਹਿ ਲਈਏ ਕਿ ਬੜੀ ਅਵਲ ਦਰਜੇ ਦੀ ਜੰਗ ਜਿਹੜੀ ਸੀ ਉਹ ਹੋ ਰਹੀ ਸੀ। ਮਾਰ ਕਟਾਈ ਜਿਹੜੀ ਸੀ ਉਹ ਬੜੀ ਅਵਲ ਦਰਜੇ ਦੀ ਹੋ ਰਹੀ ਸੀ, ਭਾਵ ਉਹਦੇ ਵਿੱਚ ਕੋਈ ਬੁਜ਼ਦਿਲੀ ਨਹੀਂ ਹੈ, ਕੋਈ ਕਾਤਰਤਾ ਨਹੀਂ ਹੈ, ਕਾਇਰਤਾ ਨਹੀਂ ਹੈ, ਕਿਸੇ ਨੂੰ ਪਿੱਠ ਵਿਖਾਉਣ ਵਾਲੀ ਗੱਲ ਨਹੀਂ। ਜੋਸ਼ ਵਿੱਚ ਆਣ ਕੇ ਸੂਰਮੇ ਅੱਗੇ ਹੋ ਕੇ ਲੜ ਰਹੇ ਨੇ, ਇਸ ਵਾਸਤੇ ਉਹ ਜੰਗ ਅਵਲ ਦਰਜੇ ਦੀ ਸਾਹਿਬ ਫਰਮਾਨ ਕਰਦੇ ਨੇ। ਮਾਰ ਮੱਚੀ ਮੋਹਰਾਲੀ ਅੰਦਰ ਖੇਤ ਦਾ। ਮੈਦਾਨੇ ਜੰਗ ਵਿੱਚ ਇਸ ਤਰ੍ਹਾਂ ਦੀ ਮਾਰ ਕਟਾਈ ਹੋ ਰਹੀ ਹੈ। ਜਣ ਨਟ ਲੱਥੇ ਛਾਲੀ ਢੋਲ ਵਜਾਏ ਕੈ। ਸੂਰਮੇ ਇਸ ਤਰ੍ਹਾਂ ਅੱਗੇ ਵੱਧ ਰਹੇ ਹਨ ਛਾਲਾਂ ਮਾਰ ਮਾਰ ਕੇ। ਜਾਣੋ ਕਿ ਨਟ ਤੋਂ ਭਾਵ ਹੁੰਦਾ ਹੈ ਬਾਜੀਗਰ, ਜਿਹੜੇ ਲੋਕ ਬਾਜੀ ਪਾਉਂਦੇ ਨੇ। ਤੁਸੀਂ ਪੁਰਾਣੇ ਸਮੇਂ ਦੇ ਵਿੱਚ ਤਾਂ ਆਮ ਬਾਜ਼ੀਆਂ ਪਿੰਡਾਂ ਦੇ ਵਿੱਚ ਪਿਆ ਕਰਦੀਆਂ ਸੀ, ਬੜੀ ਉੱਚੀ ਥਾਂ ਤੋਂ ਉਹ ਛਾਲ ਮਾਰਦੇ ਸਨ ਨਟ ਲੋਕ, ਬਾਜੀਗਰ ਲੋਕ। ਅਤੇ ਇਸ ਤਰ੍ਹਾਂ ਹੀ ਸਾਹਿਬ ਕਹਿੰਦੇ ਨੇ ਜਣ ਨਟ ਲੱਥੇ ਛਾਲੀ। ਨਟ ਜਿਹੜੇ ਨੇ, ਬਾਜੀਗਰ ਜਿਹੜੇ ਨੇ, ਜਿਵੇਂ ਛਾਲਾਂ ਮਾਰਨ ਵਾਸਤੇ ਉਤਰੇ ਹੋਣ, ਇਸ ਤਰ੍ਹਾਂ ਸੂਰਮੇ ਜਿਹੜੇ ਸਨ ਉਹ ਛਾਲਾਂ ਮਾਰ ਮਾਰ ਕੇ ਅੱਗੇ ਆ ਰਹੇ ਸਨ। ਢੋਲ ਵੱਜ ਰਿਹਾ ਸੀ ਨਾਲ। ਲੋਹੂ ਫਾਥੀ ਜਾਲੀ ਲੋਥੀ ਜਮ ਧੜੀ। ਲੋਹੂ ਫਾਥੀ ਜਾਲੀ। ਲੋਹੂ ਤੋਂ ਭਾਵ ਹੈ ਲਹੂ ਵਿੱਚ, ਫਾਥੀ ਜਾਲੀ। ਇੱਥੇ ਦੋ ਪਾਠ ਆਮ ਕਰਕੇ ਪ੍ਰਚਲਿਤ ਨੇ, ਲੋਹੂ ਪਾਠ ਵੀ ਹੈ ਅਤੇ ਰੋਹੂ ਪਾਠ ਵੀ ਹੈ। ਰੋਹੂ ਪਾਠ ਦਾ ਵੀ ਅਰਥ ਜਿਹੜਾ ਉਹ ਮੱਛੀ ਕਰਦੇ ਨੇ। ਲੋਹੂ ਤੋਂ ਭਾਵ ਕਹਿੰਦੇ ਨੇ ਕਿ ਉਹ ਮੱਛੀ ਜਿਸ ਦਾ ਲਾਲ ਰੰਗ ਹੁੰਦਾ, ਲਾਲ ਰੰਗ ਦੀ ਮੱਛੀ, ਭਾਵ ਲੋਹੂ ਫਾਥੀ ਜਾਲੀ। ਜਿਸ ਤਰ੍ਹਾਂ ਜਾਲੀ ਦੇ ਵਿੱਚ ਜਿਹੜੇ ਲੋਕ ਮੱਛੀਆਂ ਫੜਨ ਵਾਲੇ ਮਛੇਰੇ ਨੇ ਉਹ ਜਾਲ ਪਾਉਂਦੇ ਨੇ ਮੱਛੀਆਂ ਦੇ ਉੱਤੇ, ਕਹਿੰਦੇ ਨੇ ਜਿਸ ਤਰ੍ਹਾਂ ਉਸ ਜਾਲ ਵਿੱਚ ਫਸੀ ਹੋਈ ਲਾਲ ਰੰਗ ਦੀ ਮੱਛੀ ਹੁੰਦੀ ਹੈ, ਇਸ ਤਰ੍ਹਾਂ ਹੀ ਲੋਥਾਂ ਦੇ ਵਿੱਚ ਜਿਹੜੀਆਂ ਜਮਦਰਾਂ ਵੱਜੀਆਂ ਹੋਈਆਂ ਨੇ। ਜਮਦਰ ਤੋਂ ਭਾਵ ਹੁੰਦਾ ਹੈ ਕਟਾਰ। ਮੈਂ ਇੱਕ ਅਰਜ਼ ਕਰਦੇ ਹਾਂ, ਸ਼ਬਦ ਜਿਹੜਾ ਹੈ ਉਹ ਹੀ ਹੈ, ਪਰ ਕਈ ਵਾਰੀ ਉਹਦਾ ਉਚਾਰਨ ਵਿੱਚ ਭੇਦ ਆ ਜਾਂਦੇ ਨੇ, ਉਚਾਰਨ ਵਿੱਚ ਅਰਥ ਦੇ ਹਿਸਾਬ ਨਾਲ ਫਰਕ ਆ ਜਾਂਦੇ ਨੇ। ਜਿਸ ਤਰ੍ਹਾਂ ਇੱਥੇ ਪਾਠ ਇਕੱਠਾ ਹੀ ਹੈ, ਜੇ ਹੁਣ ਉਹਨੂੰ ਵੱਖਰਾ ਪੜ੍ਹਾਂਗੇ ਜਮ ਧੜੀ ਵੀ ਕੋਈ ਪੜ੍ਹ ਸਕਦਾ ਹੈ, ਪਰ ਕਿਉਂਕਿ ਜਮਦਰ ਤੋਂ ਬਣਿਆ ਹੈ, ਜਮਦਾੜ ਤੋਂ ਬਣਿਆ ਹੈ ਕਟਾਰ,
ਇਸ ਵਾਸਤੇ ਉਸ ਦਾ ਉਚਾਰਨ ਜਿਹੜਾ ਹੈ ਜਮ ਧੜੀ ਦੀ ਬਜਾਏ ਜਮ ਧੜੀ ਹੋਵੇਗਾ। ਮੈਂ ਇੱਕ ਹੋਰ ਅਰਜ਼ ਕਰਦੇ ਹਾਂ, ਆਮ ਕਰਕੇ ਇੱਕ ਸ਼ਬਦ ਅਸੀਂ ਵਰਤਦੇ ਹਾਂ ਮਾਇਆਧਾਰੀ। ਮਾਇਆਧਾਰੀ ਸ਼ਬਦ ਜਿਹੜਾ ਹੈ ਤਾਂ ਦੋ ਸ਼ਬਦਾਂ ਦੀ ਸੰਧੀ ਇਹ ਵੀ, ਪਰ ਵਿਚਾਰ ਕਰਨਾ ਮਾਇਆਧਾਰੀ ਦਾ ਸਿੱਧਾ ਸਿੱਧਾ ਅਰਥ ਬਣੇਗਾ ਕਿ ਮਾਇਆ ਨੂੰ ਧਾਰਨ ਕਰਨ ਵਾਲਾ। ਮਾਇਆ ਨੂੰ ਧਾਰਨ ਕਰਨ ਵਾਲਾ ਨਹੀਂ, ਮਾਇਆ ਨੂੰ ਆਪਣੇ ਜੀਵਨ ਦਾ ਆਧਾਰ ਸਮਝਣ ਵਾਲਾ। ਇਸ ਵਾਸਤੇ ਪਾਠ ਹੋਵੇਗਾ ਮਾਇਆਧਾਰੀ, ਮਾਇਆਧਾਰੀ ਨਹੀਂ। ਬੇਸ਼ੱਕ ਲਿਖਿਆ ਜਾਂਦਾ, ਪੜ੍ਹਿਆ ਵੀ ਜਾਂਦਾ, ਆਮ ਬੋਲੀ ਵਿੱਚ ਮਾਇਆਧਾਰੀ ਸ਼ਬਦ ਵਰਤਦੇ ਆ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਅਸੀਂ ਨਾਮਧਾਰੀ, ਆਪਣੇ ਆਪ ਨੂੰ ਨਾਮਧਾਰੀ ਆਖਦੇ ਹਾਂ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਸੁਖਮਨੀ ਵਿੱਚ। ਸਾਹਿਬ ਕਹਿੰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਆਮ ਕਰਕੇ ਅਸੀਂ ਇਸ ਤਰ੍ਹਾਂ ਹੀ ਪੜ੍ਹਦੇ ਹਾਂ, ਪਰ ਉੱਥੇ ਪਾਠ ਹੈ ਨਾਮ ਕੇ ਧਾਰੇ ਸਗਲੇ ਜੰਤ। ਨਾਮ ਦੇ ਆਧਾਰ 'ਤੇ ਨੇ ਸਾਰੇ ਜੰਤ, ਨਾਮ ਕੇ ਨਾਮ ਨੂੰ ਧਾਰਨ ਕੀਤਾ ਹੋਇਆ। ਇਸੇ ਤਰ੍ਹਾਂ ਹੀ ਨਾਮਧਾਰੀ ਤੋਂ ਭਾਵ ਹੈ ਨਾਮਧਾਰੀ, ਭਾਵ ਹੈ ਨਾਮ ਦੇ ਆਧਾਰ ਵਾਲਾ, ਜਿਸ ਨੇ ਆਪਣੇ ਜੀਵਨ ਦਾ ਆਧਾਰ ਨਾਮ ਨੂੰ ਬਣਾਇਆ ਹੈ, ਨਾ ਕਿ ਨਾਮ ਧਾਰਨ ਕੀਤਾ। ਨਾਮ ਧਾਰਨ ਕਰਨ ਵਾਲੇ ਤੇ ਬਹੁਤ ਸਾਰੇ ਲੋਕ ਨੇ, ਕੇਵਲ ਨਾਮ ਲੈ ਲੈਣਾ ਸਿੱਖੀ ਨਹੀਂ ਹੈ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਸਿੱਖੀ ਹੈ। ਇਸ ਵਾਸਤੇ ਇਹ ਸ਼ਬਦ ਜਿਹੜੇ ਨੇ ਨਾਮਧਾਰੀ, ਮਾਇਆਧਾਰੀ ਸ਼ਬਦ ਜਿਹੜੇ ਨੇ, ਇਹਨਾਂ ਦਾ ਉਚਾਰਨ ਹਿੰਦੀ ਵਾਂਗੂ ਕਰਾਂਗੇ ਤਾਂ ਇਹ ਅਰਥ ਦੇ ਜ਼ਿਆਦਾ ਨੇੜੇ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਜਮ ਧੜੀ ਦੀ ਬਜਾਏ ਜਮ ਧੜੀ ਪਾਠ ਜਿਹੜਾ ਹੈ ਉਹ ਹੋਵੇਗਾ, ਕਿਉਂਕਿ ਇਹਦਾ ਮੂਲ ਸ਼ਬਦ ਜਿਹੜਾ ਹੈ ਉਹ ਹੈ ਜਮਦਾੜ। ਜਿਸ ਤਰ੍ਹਾਂ ਉਹ ਲੋਥਾਂ ਜਿਹੜੀਆਂ ਸਨ ਉਹਨਾਂ ਦੇ ਵਿੱਚ ਕਟਾਰਾਂ ਵੱਜੀਆਂ ਨੇ, ਖੂਨ ਜਿਹੜਾ ਉਹਨਾਂ ਸਰੀਰਾਂ ਦੇ ਵਿੱਚੋਂ ਬਾਹਰ ਆਣ ਕੇ ਉਹ ਜਿਹੜੀਆਂ ਕਟਾਰਾਂ ਨੇ ਉਹ ਲਾਲ ਰੰਗ ਦੀਆਂ ਹੋਈਆਂ ਨੇ, ਅਤੇ ਇਸ ਤਰ੍ਹਾਂ ਜਾਪ ਰਿਹਾ ਕਿ ਜਿਵੇਂ ਉਹ ਲਾਲ ਰੰਗ ਦੀਆਂ ਮੱਛੀਆਂ ਜਿਹੜੀਆਂ ਨੇ ਉਹ ਜਾਲੀਆਂ ਦੇ ਵਿੱਚ ਫਸੀਆਂ ਹੋਈਆਂ ਹੋਣ। ਕਣ ਵਿੱਚ ਜਿਉਂ ਛੰਛਾਲੀ ਤੇਗਾਂ ਹੱਸੀਆਂ। ਕਹਿੰਦੇ ਨੇ ਪਾਤਸ਼ਾਹ, ਕਹਿੰਦੇ ਨੇ ਤੇਗਾਂ ਇਸ ਤਰ੍ਹਾਂ ਚਮਕ ਰਹੀਆਂ ਸਨ ਕਿ ਜਿਸ ਤਰ੍ਹਾਂ ਬੱਦਲ ਦੇ ਵਿੱਚੋਂ ਬਿਜਲੀ ਜਿਹੜੀ ਹੈ ਉਹ ਚਮਕਾਂ ਮਾਰਦੀ ਹੈ। ਛੰਛਾਲੀ ਤੋਂ ਭਾਵ ਹੈ ਬਿਜਲੀ। ਚੰਚਲਾ, ਚੰਚਲਾ ਵੀ ਬਿਜਲੀ ਹੁੰਦੀ ਹੈ, ਚੰਚਾਲੀ ਸ਼ਬਦ ਵੀ ਬਿਜਲੀ ਹੁੰਦੀ ਹੈ, ਪਰ ਇੱਥੇ ਚੱਚੇ ਦੇ ਥਾਂ ਛੱਛਾ ਵਰਤਿਆ ਹੈ। ਚੰਚਾਲੀ ਦੀ ਥਾਂ ਹੈ ਛੰਛਾਲੀ, ਭਾਵ ਬਿਜਲੀ, ਚੰਚਲ ਸੁਭਾਅ ਵਾਲੀ ਜੀ। ਕੁਮਰਿਆਰ ਸਿਆਲੀ ਬਣੀਆਂ ਕੇ ਜਮਾਂ। ਉਹ ਜਿਹੜੀਆਂ ਤਲਵਾਰਾਂ ਸਨ, ਜਦੋਂ ਉਹ ਇੰਨਾ ਜ਼ਿਆਦਾ ਉਹਨਾਂ ਦਾ ਸੰਗਰਾਮ ਹੋ ਰਿਹਾ ਸੀ, ਯੁੱਧ ਹੋ ਰਿਹਾ ਸੀ, ਤੇ ਚਾਰ ਚਫੇਰੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਿਆਲ ਦੇ ਵਿੱਚ ਧੁੰਦ ਪਈ ਹੋਈ ਹੋਵੇ, ਭਾਵ ਕੁਝ ਹੋਰ ਦਿਖਾਈ ਹੀ ਨਹੀਂ ਦਿੰਦਾ। ਤੱਗਾਂ ਸੂਲ ਬਜਾਈਆਂ ਦਲਾਂ ਮੁਕਾਬਲਾ। ਦਲਾਂ ਦਾ ਮੁਕਾਬਲਾ, ਫੌਜਾਂ ਦਾ ਮੁਕਾਬਲਾ ਜਿਹੜਾ ਹੈ ਉਹ ਸ਼ੁਰੂ ਹੈ। ਦੋਵੇਂ ਪਾਸੇ ਦੀਆਂ ਫੌਜਾਂ ਲੜ ਰਹੀਆਂ ਨੇ ਤੇ ਧੱਗਾਂ ਸੂਲ ਬਜਾਈਆਂ, ਨਗਾਰਿਆਂ ਉੱਤੇ ਚੋਟਾਂ ਲੱਗ ਰਹੀਆਂ ਹਨ। ਤੂਹ ਮਿਆਨੋ ਲਈਆਂ ਜਵਾਨੀ ਸੂਰਮੀ। ਸੂਰਮਿਆਂ ਜਵਾਨਾਂ ਨੇ ਮਿਆਨਾਂ ਵਿੱਚੋਂ ਆਪਣੀਆਂ ਤਲਵਾਰਾਂ ਨੂੰ ਖਿੱਚ ਲਿਆ। ਸਰਣਵਤ ਬੀਜ ਵਧਾਈਆਂ ਅਗਣਿਤ ਸੂਰਤਾਂ। ਸਾਹਿਬ ਕਹਿੰਦੇ ਨੇ ਹੁਣ ਸਰੋਣਤ ਬੀਜ ਜਿਹੜਾ ਸੀ ਉਸ ਨੇ ਅਣਗਿਣਤ ਆਪਣੀਆਂ ਸੂਰਤਾਂ, ਆਪਣੇ ਸਰੂਪ, ਆਪਣੇ ਵਰਗੇ ਅਣਗਿਣਤ ਹੀ ਸਰੋਣਤ ਬੀਜ ਅਥਵਾ ਰਕਤ ਬੀਜ ਜਿਹੜੇ ਸਨ ਉਹ ਬਣਾ ਲਏ। ਦੁਰਗਾ ਸੌਹੇ ਆਈਆਂ ਰੋਹ ਵਢਾਏ ਕੈ। ਗੁੱਸਾ ਆਪਣੇ ਮਨ ਦੇ ਵਿੱਚ ਵਧਾ ਕੇ ਤੇ ਉਹ ਦੇਵੀ ਦੁਰਗਾ ਦੇ ਸਾਹਮਣੇ ਆ ਗਏ। ਸਭਨੀ ਆਣ ਵਗਾਈਆਂ ਤੇਗਾਂ ਧੂਹ ਕੈ। ਮਿਆਨਾਂ ਵਿੱਚੋਂ ਤੇਗਾਂ ਖਿੱਚ ਕੇ ਜੋਸ਼ ਦੇ ਨਾਲ ਉਹਨਾਂ ਨੇ ਸਾਰਿਆਂ ਨੇ ਇੱਕੋ ਵਾਰੀ ਹੀ ਸਾਂਝਾ ਵਾਰ ਕੀਤਾ ਦੇਵੀ ਦੁਰਗਾ ਦੇ ਉੱਤੇ। ਸਾਰੇ ਟੁੱਟ ਕੇ ਪੈ ਗਏ। ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ। ਪਰ ਦੁਰਗਾ ਨੇ ਆਪਣੀ ਢਾਲ ਸੰਭਾਲ ਕੇ ਉਹਨਾਂ ਸਾਰਿਆਂ ਵਾਰਾਂ ਨੂੰ ਭਲੀ ਭਾਂਤ ਡੱਕ ਲਿਆ। ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ। ਤੇ ਦੇਵੀ ਨੇ ਉਹਨਾਂ ਦੇ ਵਾਰ ਨੂੰ ਚੱਲਦਿਆਂ ਹੋਇਆਂ, ਉਹਨਾਂ ਦੇ ਵਾਰ ਨੂੰ ਰੋਕਦਿਆਂ ਹੋਇਆਂ ਆਪ ਜਿਹੜੇ ਨਿਸ਼ਾਨੇ ਸਨ, ਵਾਰ ਸਨ, ਉਹ ਦਾਨਵਾਂ ਨੂੰ ਤੱਕ ਤੱਕ ਕੇ ਉਹਨਾਂ ਦੇ ਨਿਸ਼ਾਨੇ ਲਾਏ, ਉਹਨਾਂ ਦੇ ਉੱਤੇ ਵਾਰ ਕੀਤੇ। ਲੋਹੂ ਨਾਲ ਡੁਹਾਈਆਂ ਤੇਗਾਂ ਨੰਗੀਆਂ। ਅਤੇ ਮਿਆਨਾਂ ਵਿੱਚੋਂ ਨਿਕਲੀਆਂ ਹੋਈਆਂ ਤੇਗਾਂ ਜਿਹੜੀਆਂ ਸਨ
ਉਹ ਲਹੂ ਦੇ ਨਾਲ ਭਿੱਜ ਗਈਆਂ। ਸਾਰਸਵਤੀ ਜਨ ਨਾਹੀਆਂ ਮਿਲ ਕੇ ਦੇਵੀਆਂ। ਗਰੀਬ ਨਵਾਜ਼ ਕਹਿੰਦੇ ਨੇ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਉਹ ਤਲਵਾਰਾਂ ਨਾ ਹੋ ਕੇ ਦੇਵਤਿਆਂ ਦੀਆਂ ਇਸਤਰੀਆਂ ਹੋਣ, ਦੇਵੀਆਂ ਹੋਣ, ਤੇ ਉਹ ਸਾਰਸਵਤੀ ਜਿਹੜੀ ਸਰਸਵਤੀ ਨਦੀ ਹੈ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਗੰਗਾ ਦਾ ਪਾਣੀ ਜਿਹੜਾ ਹੈ ਉਹ ਉਸ ਨੂੰ ਚਿੱਟੇ ਰੰਗ ਦਾ, ਸਾਫ਼ ਰੰਗ ਦਾ ਮੰਨਦੇ ਨੇ। ਜਿਹੜੀ ਜਮਨਾ ਹੈ ਉਸ ਨੂੰ ਕਾਲੇ ਰੰਗ ਦੀ ਮੰਨਿਆ ਗਿਆ ਹੈ, ਅਤੇ ਸਰਸਵਤੀ ਜਿਹੜੀ ਹੈ ਇਸ ਨੂੰ ਲਾਲ ਰੰਗ ਦੀ ਮੰਨਿਆ ਗਿਆ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਜਾਣੋ ਕਿ ਉਹ ਤਲਵਾਰਾਂ ਨਾ ਹੋ ਕੇ ਸਗੋਂ ਉਹ ਦੇਵੀਆਂ ਹੋਣ ਜਿਹੜੀਆਂ ਸਰਸਵਤੀ ਨਦੀ ਤੋਂ ਨਹਾ ਕੇ ਆਈਆਂ ਹੋਣ। ਸਭੇ ਮਾਰ ਗਿਰਾਈਆਂ ਅੰਦਰ ਖੇਤ ਦੇ। ਪਰ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੂਰਤਾਂ ਸਨ, ਜਿਹੜੀਆਂ ਰਕਤ ਬੀਰਜ ਨੇ ਆਪਣੀਆਂ ਬਣਾਈਆਂ ਸਨ, ਉਹ ਸਾਰੇ ਸਰੀਰਾਂ ਨੂੰ ਦੇਵੀ ਦੁਰਗਾ ਨੇ ਅਤੇ ਦੇਵਤਿਆਂ ਨੇ ਮਾਰ ਸੁੱਟਿਆ। ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ। ਪਰ ਉਸ ਵੇਲੇ ਹੋਰ ਜਿਹੜਾ ਸੀ ਉਹ ਮੈਦਾਨਾ ਜੰਗ ਜਿਹੜਾ ਸੀ ਉਹ ਹੋਰ ਭਰ ਗਿਆ, ਕਿਉਂਕਿ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਸੂਰਤਾਂ ਜਿਹੜੀਆਂ ਸਨ, ਬਹੁਤ ਜ਼ਿਆਦਾ ਸ਼ਕਲਾਂ ਜਿਹੜੀਆਂ ਸਨ ਉਹ ਵੱਧ ਕੇ ਰਕਤ ਬੀਰਜ ਦੀਆਂ ਸਾਹਮਣੇ ਆ ਗਈਆਂ। ਸੂਰੀ ਸੰਘਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ। ਢੋਲ ਸੰਖ ਅਤੇ ਨਗਾਰੇ ਵਜਾਉਂਦਿਆਂ ਹੋਇਆਂ ਸੂਰਮਿਆਂ ਨੇ ਇਹ ਮੈਦਾਨ ਜਿਹੜਾ ਸੀ, ਇਹ ਜੰਗ ਜਿਹੜਾ ਸੀ ਇਹ ਪ੍ਰਾਰੰਭ ਕੀਤਾ। ਚੰਡ ਚਿਤਾਰੀ ਕਾਲਿਕਾ ਮਨ ਬਹਲਾ ਰੋਸ ਬਢਾਏ ਕੈ। ਜਦੋਂ ਦੇਵੀ ਦੁਰਗਾ ਨੇ ਵੇਖਿਆ ਕਿ ਇਹ ਇੱਕ ਨੂੰ ਮਾਰਦੇ ਹਾਂ, ਉਹਦੇ ਵਿੱਚੋਂ ਸੈਂਕੜੇ ਹੋਰ ਜਿੰਨੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਨੇ ਓਨੀਆਂ ਸ਼ਕਲਾਂ ਹੋਰ ਉਹਦੀਆਂ ਬਣ ਜਾਂਦੀਆਂ ਨੇ, ਉਹੋ ਜਿਹੇ ਸੂਰਮੇ ਬਣ ਜਾਂਦੇ ਨੇ, ਓਨੇ ਵੱਡੇ ਆਕਾਰ ਦੇ, ਔਰ ਓਨੇ ਵੱਡੇ ਜੋਸ਼ ਦੇ ਨਾਲ ਉਹ ਅੱਗੇ ਵੱਧਦੇ ਹਨ। ਇਸ ਵਾਸਤੇ ਦੇਵੀ ਦੁਰਗਾ ਨੇ ਕੀ ਕੀਤਾ? ਚੰਡ ਚਿਤਾਰੀ ਕਾਲਿਕਾ, ਚੰਡੀ ਨੇ ਕਾਲਿਕਾ ਨੂੰ ਯਾਦ ਕੀਤਾ। ਚੰਡ ਚਿਤਾਰੀ ਕਾਲਿਕਾ ਮਨ ਬਹਲਾ ਰੋਸ ਵਢਾਏ ਕੈ। ਮਨ ਦੇ ਵਿੱਚ ਬਹੁਤ ਜ਼ਿਆਦਾ, ਬਹਲਾ ਤੋਂ ਭਾਵ ਹੈ ਬਹੁਤ ਜ਼ਿਆਦਾ, ਆਮ ਸ਼ਬਦ ਵਰਤਿਆ ਜਾਂਦਾ ਹੈ ਬਾਹਲਾ। ਬਹਲਾ ਰੋਸ ਵਢਾਏ ਕੈ, ਬਹੁਤ ਜ਼ਿਆਦਾ ਗੁੱਸਾ ਵਧਾ ਕੇ ਆਪਣੇ ਮਨ ਦੇ ਵਿੱਚ, ਤੇ ਉਸ ਨੇ ਕਾਲਿਕਾ ਨੂੰ ਯਾਦ ਕੀਤਾ, ਕਾਲੀ ਨੂੰ ਯਾਦ ਕੀਤਾ। ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੈ। ਕਹਿੰਦੇ ਨੇ ਦੇਵੀ ਦੁਰਗਾ ਦਾ ਮੱਥਾ ਫੋੜ ਕੇ, ਮੱਥੇ ਦੇ ਵਿੱਚੋਂ ਉਹ ਫਿਰ ਕਾਲਕਾ ਜਿਹੜੀ ਸੀ ਉਹ ਪ੍ਰਗਟ ਹੋਈ। ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਇੱਕ ਨਾਦ ਹੋਇਆ, ਇੱਕ ਆਵਾਜ਼ ਆਈ, ਤੇ ਉਹ ਆਵਾਜ਼ ਇਸ ਤਰ੍ਹਾਂ ਸੀ ਕਿ ਜਿਵੇਂ ਜਿੱਤ ਦਾ ਨਗਾਰਾ ਵੱਜਿਆ ਹੋਵੇ। ਇੰਜ ਵੀ ਕਿਹਾ ਜਾਂਦਾ ਹੈ, ਵਿਦਵਾਨ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਜਾਣੋ ਕਿ ਉਹ ਫਤਿਹ ਦਾ ਨਗਾਰਾ ਵਜਾਉਂਦੀ ਹੋਈ ਕਾਲੀ ਜਿਹੜੀ ਹੈ ਉਹ ਪ੍ਰਗਟ ਹੋ ਗਈ ਹੈ। ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਿਰੜਾਏ ਕੈ। ਜਾਗ ਤੋਂ ਭਾਵ ਹੁੰਦਾ ਹੈ ਅਗਨੀ, ਅਗਨੀ ਸਰੂਪ ਉਹ ਪ੍ਰਗਟ ਹੋਈ ਹੈ ਦੇਵੀ ਕਾਲਕਾ ਜਿਹੜੀ ਹੈ। ਜਾਗ ਸੋ ਜੰਮੀ ਜੁੱਧ ਨੂੰ, ਇੱਥੇ ਜੰਮੀ ਪਾਠ ਵੀ ਹੈ, ਇੱਥੇ ਬਹੁਤ ਸਾਰੀਆਂ ਬੀੜਾਂ ਵਿੱਚ ਜੁੰਮੀ ਪਾਠ ਵੀ ਹੈ। ਜੁੰਮੀ ਤੋਂ ਭਾਵ ਹੁੰਦਾ ਚੱਲੀ ਹੈ, ਪਰ ਜੰਮੀ ਤੋਂ ਭਾਵ ਹੈ ਪ੍ਰਗਟ ਹੋਈ ਹੈ। ਜਾਗ ਸੋ ਜੰਮੀ ਜੁੱਧ ਨੂੰ, ਜੁੱਧ ਵਾਸਤੇ ਹੀ ਇਹ ਜਿਹੜੀ ਅਗਨੀ ਰੂਪ ਕਾਲੀ ਸੀ ਇਹ ਪ੍ਰਗਟ ਹੋਈ। ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਿਰੜਾਏ ਕੈ। ਜਰਵਾਣਾ ਤੋਂ ਭਾਵ ਹੈ ਵੀਰ ਭੱਦਰ। ਜਦੋਂ ਭਗਵਾਨ ਸ਼ਿਵ ਦੇ ਧਰਮ ਪਤਨੀ ਸਤੀ ਹੋ ਗਈ, ਆਪਣੇ ਪਿਤਾ ਵੱਲੋਂ ਕੀਤੇ ਗਏ ਤਿਰਸਕਾਰ ਨੂੰ ਨਾ ਝੱਲਦੀ ਹੋਈ ਹਵਨ ਕੁੰਡ ਵਿੱਚ ਸੜ ਗਈ, ਤੇ ਉਸ ਵੇਲੇ ਭਗਵਾਨ ਸ਼ਿਵ ਜਦੋਂ ਉੱਥੇ ਜਾਂਦੇ ਨੇ ਤੇ ਉਹ ਗੁੱਸੇ ਵਿੱਚ ਆਣ ਕੇ ਜਦੋਂ ਆਪਣੀ ਲਿਟ ਜਿਹੜੀ ਹੈ, ਆਪਣੀ ਜੱਟ ਜਿਹੜੀ ਹੈ ਉਹ ਗੁੱਸੇ 'ਚ ਪੁੱਟਦੇ ਨੇ, ਤੇ ਉੱਥੋਂ ਇੱਕ ਵੀਰ ਭੱਦਰ ਨਾਂ ਦਾ ਬਲਵਾਨ ਜਿਹੜਾ ਹੈ ਉਹ ਪੈਦਾ ਹੁੰਦਾ। ਜਿਸ ਤਰ੍ਹਾਂ ਉਹ ਉਹਨਾਂ ਨੂੰ ਜਿਹੜੇ ਉੱਥੇ ਕਰਨ ਵਾਲੇ ਨੇ, ਹਵਨ ਜੱਗ ਕਰਨ ਵਾਲੇ ਅਤੇ ਉਸ ਦੇ ਸਾਰੇ ਹਮੈਤੀ ਨੇ, ਉਹਨਾਂ ਨੂੰ ਸਾਰਿਆਂ ਨੂੰ ਮਾਰਨ ਵਾਸਤੇ ਅੱਗੇ ਵੱਧਦਾ ਹੈ। ਇਸੇ ਤਰ੍ਹਾਂ ਹੀ ਇਹ ਕਾਲਕਾ ਜਿਹੜੀ ਹੈ ਇਹ ਵੀ ਉਸ ਜਰਵਾਣੇ ਵਾਂਗੂ, ਵੀਰ ਭੱਦਰ ਬਲੀ ਵਾਂਗੂ ਪ੍ਰਗਟ ਹੋ ਗਈ। ਦਲ ਵਿੱਚ ਘੇਰਾ ਕੱਤਿਆ ਜਨ ਸਿੰਹ ਤੁਰਿਆ ਗਣਨਾਇਕ। ਦਲ ਵਿੱਚ ਜਿਹੜਾ ਸੀ, ਦਲਾਂ ਦੇ ਵਿੱਚ ਘੇਰਾ ਘੱਤ ਲਿਆ ਦੇਵੀ ਕਾਲਕਾ ਨੇ, ਤੇ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਸ਼ੇਰ ਗਰਜਦਾ ਹੋਇਆ ਆ ਰਿਹਾ ਹੋਵੇ। ਗਣਨਾਇਕ ਹੈ ਪਾਠ ਵੀ ਹੈ, ਗਣਨਾਇਕ ਹੈ ਪਾਠ ਬੜਾ ਪ੍ਰਚਲਿਤ ਪਾਠ ਹੈ, ਪਰ ਪ੍ਰਾਤਨ ਬੀੜਾਂ ਵਿੱਚ ਗਰੜਾਇਕ ਹੈ ਪਾਠ ਵੀ ਹੈ, ਭਾਵ ਸ਼ੇਰ ਦਾ ਊਂਗਣਾ, ਸ਼ੇਰ ਦਾ ਗਰਜਣਾ, ਸ਼ੇਰ ਵਾਂਗੂ ਗਰਜਦੀ ਹੋਈ ਜਿਹੜੀ ਸੀ ਉਹ ਦੇਵੀ ਕਾਲਕਾ ਅੱਗੇ ਵਧੀ।
ਆਪ ਵਸੂਲਾ ਹੋਇਆ ਤਿਹ ਲੋਕਾਂ ਤੇ ਖੁਣ ਸਾਇਕੈ। ਆਪ ਵਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਣਸਾਇਕ ਹੈ। ਇੱਥੇ ਵਿਦਵਾਨ ਲੋਕ ਇਸ ਦਾ ਅਰਥ ਇਸ ਤਰ੍ਹਾਂ ਵੀ ਕਰਦੇ ਨੇ ਕਿ ਆਪ ਜਿਹੜਾ ਆਪ ਤੋਂ ਭਾਵ ਹੈ ਸਰੋਣਤ ਬੀਜ, ਰਕਤ ਬੀਜ। ਰਕਤ ਬੀਜ ਜਿਹੜਾ ਹੈ ਵਸੂਲਾ ਤੋਂ ਭਾਵ ਹੁੰਦਾ ਹੈ ਵਿਉ ਦੀ ਸੂਲ, ਜ਼ਹਿਰ ਭਰੀ ਸੂਲ। ਉਹ ਜ਼ਹਿਰ ਭਰੀ ਸੂਲ ਬਣ ਗਿਆ। ਕਦੋਂ ਬਣ ਗਿਆ? ਕਿਉਂਕਿ ਤੇ ਉਹ ਲੋਕਾਂ ਤੇ ਖੁਣਸਾਇਕ ਹੈ। ਤਿੰਨਾਂ ਲੋਕਾਂ ਨੂੰ ਜਦੋਂ ਉਹਨੇ ਦੁਖੀ ਕੀਤਾ ਤੇ ਉਸ ਦਾ ਸਦਕਾ ਹੁਣ ਕਾਲੀ ਪ੍ਰਗਟ ਹੋਈ ਹੈ ਤੇ ਉਹ ਆਪਣੇ ਵਾਸਤੇ ਹੀ ਉਹ ਜ਼ਹਿਰ ਦੀ ਸੂਲ ਬਣ ਗਿਆ, ਭਾਵ ਆਪਣੇ ਵਾਸਤੇ ਉਹ ਦੁੱਖ ਦਾ ਹੀ ਹੋ ਗਿਆ। ਇਸ ਤਰ੍ਹਾਂ ਵੀ ਅਰਥ ਕਰਦੇ ਹਨ। ਤੇ ਦੂਸਰਾ ਅਰਥ ਇਹ ਵੀ ਕਰਦੇ ਨੇ ਕਿ ਉਹ ਜਿਹੜੇ ਸ਼ੇਰ ਦੀ ਗੱਲ ਕਰਦੇ ਨੇ, ਜਣ ਸਿੰਘ ਤੁਰਿਆ ਗਣਰਾਇਕ ਹੈ, ਉਹ ਜਿਹੜਾ ਸੀ ਆਪ ਵਸੂਲਾ ਹੋਇਆ, ਉਹ ਬੜਾ ਜ਼ਹਿਰੀਲੀ ਸੂਲ ਵਰਗਾ ਬਣ ਗਿਆ ਤੇ ਲੋਕਾਂ ਤੇ ਖੁਣਸਾਇਕ ਹੈ। ਉਹ ਤਿੰਨਾਂ ਲੋਕਾਂ ਦੇ ਵਿੱਚ ਜੋਸ਼ ਵਿੱਚ ਆਣ ਕੇ, ਕ੍ਰੋਧ ਵਿੱਚ ਆਣ ਕੇ ਉਹ ਲੋਕ ਇਹਨਾਂ ਵਾਸਤੇ, ਰਾਖਸ਼ਾਂ ਵਾਸਤੇ ਸੂਲ ਦਾ ਰੂਪ ਹੋ ਗਿਆ, ਜ਼ਹਿਰੀ ਸੂਲ ਦਾ ਰੂਪ ਹੋ ਗਿਆ। ਰੋਹ ਸਿਦਾਈਆ ਚੱਕਰਪਾਣ ਕਰ ਨੰਦਾ ਖੜਗ ਉਠਾਏ ਕੈ। ਰੋਹ ਸਿਧਾਈਆ ਚੱਕਰਪਾਣ, ਚੱਕਰ ਹੱਥ ਵਿੱਚ ਧਾਰਨ ਕਰਕੇ, ਹੱਥ ਵਿੱਚ ਚੱਕਰ ਫੜ ਕੇ, ਰੋਹ ਸਿਧਾਈਆ ਗੁੱਸੇ ਵਿੱਚ ਜਿਹੜੀ ਹੈ ਉਹ ਅੱਗੇ ਹੋਈ। ਰੋਹ ਸਿਧਾਈਆ ਚੱਕਰਪਾਣ ਕਰ ਨੰਦਾ ਖੜਗ ਉਠਾਏ ਕੈ। ਨੰਦਾ ਤੋਂ ਭਾਵ ਜਿਹੜਾ ਹੈ ਉਹ ਹੈ ਦੁਰਗਾ, ਕਿਉਂਕਿ ਨੰਦ ਤੋਂ ਭਾਵ ਹੁੰਦਾ ਪੁੱਤਰ ਤੇ ਨੰਦਾ ਤੋਂ ਭਾਵ ਹੁੰਦਾ ਹੈ, ਜਿਸ ਤਰ੍ਹਾਂ ਨੰਦ ਕੁਮਾਰ ਹੈ ਤੇ ਨੰਦਾ ਹੈ ਕੁਮਾਰੀ, ਇਸ ਵਾਸਤੇ ਇਹਦਾ ਅਰਥ ਹੈ ਨੰਦਾ। ਕਰ ਨੰਦਾ ਖੜਗ ਉਠਾਏ ਕੈ। ਹੱਥ ਵਿੱਚ ਉਹ ਤੇਗ ਤਲਵਾਰ ਫੜ ਕੇ ਤੇ ਉਹ ਜਿਹੜੀ ਕੁਮਾਰੀ ਸੀ ਉਹ ਇੱਕ ਹੱਥ ਵਿੱਚ ਚੱਕਰ ਫੜ ਕੇ, ਇੱਕ ਹੱਥ ਵਿੱਚ ਤਲਵਾਰ ਫੜ ਕੇ ਅੱਗੇ ਵਧੀ ਹੈ। ਨੰਦਕ ਪਾਠ ਵੀ ਬਹੁਤ ਸਾਰੀਆਂ ਬੀੜਾਂ ਵਿੱਚ ਮਿਲਦਾ ਹੈ। ਇੱਕ ਅਸ਼ੁੱਧ ਪਾਠ ਵੀ ਛਪਿਆ ਹੋਇਆ ਪੁਰਾਤਨ ਸੈਂਚੀਆਂ ਦੇ ਵਿੱਚ ਮਿਲਦਾ ਹੈ, ਕਰ ਨਿੰਦਾ ਖੜਗ ਉਠਾਏ ਕੈ, ਜਿਹਦਾ ਇੱਥੇ ਕੋਈ ਅਰਥ ਨਹੀਂ ਬਣਦਾ, ਪਰ ਉੱਥੇ ਨਿੰਦਾ ਪਾਠ ਵੀ ਕਈ ਥਾਂ ਛਪਿਆ ਹੋਇਆ ਪੁਰਾਣੀਆਂ ਸੈਂਚੀਆਂ ਵਿੱਚ, ਬੀੜਾਂ ਵਿੱਚ ਮਿਲ ਜਾਂਦਾ ਹੈ। ਭਾਵ ਇਹ ਹੈ ਕਿ ਕਰ ਨੰਦਾ ਖੜਗ ਉਠਾਏ ਕੈ, ਉਹ ਨੰਦਾ ਤੋਂ ਭਾਵ ਹੈ ਕੁਮਾਰੀ, ਭਾਵ ਦੇਵੀ ਦੁਰਗਾ ਜਿਹੜੀ ਸੀ, ਉਸ ਨੇ ਇੱਕ ਹੱਥ ਵਿੱਚ ਚੱਕਰ ਫੜ ਲਿਆ, ਇੱਕ ਹੱਥ ਵਿੱਚ ਤਲਵਾਰ ਫੜ ਲਈ ਅਤੇ ਅੱਗੇ ਵਧੀ। ਅੱਗੇ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਸ਼ਹਬਰ ਲਾਇ ਕੈ। ਅੱਗੇ ਰਾਕਸ਼ ਜਿਹੜੇ ਸਨ ਤੀਰਾਂ ਅਤੇ ਤੇਗਾਂ ਦੀ ਸ਼ਹਿਬਰ ਭਾਵ ਝੜੀ ਲਾ ਕੇ ਬੈਠੇ ਹੋਏ ਸਨ। ਉਹਨਾਂ ਦੇ ਕੋਲ ਸ਼ਸਤਰ ਜਿਹੜੇ ਸਨ ਉਹ ਤਿਆਰ ਬਰ ਤਿਆਰ ਸਨ। ਉਹ ਸ਼ਸਤਰਾਂ ਨੂੰ ਚਲਾਉਣ ਵਾਸਤੇ, ਤੀਰਾਂ ਦੀ, ਤਲਵਾਰਾਂ ਦੀ ਝੜੀ ਲਾਉਣ ਵਾਸਤੇ ਤਿਆਰ ਬੈਠੇ ਸਨ। ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰ ਜਾਏ ਕੈ। ਪਰ ਦੇਵੀ ਦੁਰਗਾ ਨੇ ਕਾਲੀ ਨੂੰ ਨਾਲ ਲੈ ਕੇ ਤੇ ਕੀ ਕੀਤਾ, ਉਹ ਸਾਰੇ ਜਿਹੜੇ ਦਲ ਸਨ, ਰਾਖਸ਼ਾਂ ਦੇ ਦਲ, ਰਾਖਸ਼ਾਂ ਦੇ ਕਟਕ, ਉਹਨਾਂ ਦੀਆਂ ਫੌਜਾਂ ਜਿਹੜੀਆਂ ਸਨ, ਉਹਨਾਂ ਦੇ ਵਿੱਚ ਜਾ ਕੇ ਰਾਖਸ਼ਾਂ ਨੂੰ ਪਛਾੜ ਸੁੱਟਿਆ, ਉਹਨਾਂ ਨੂੰ ਮਾਰ ਦਿੱਤਾ। ਬਹੁ ਕੇਸੀ ਪਕੜ ਪਛਾੜਿਆਨ ਤੈਨੇ ਅੰਦਰ ਧੂਮ ਰਚਾਏ ਕੈ। ਸਾਹਿਬ ਕਹਿੰਦੇ ਹਨ ਬਹੁਤ ਸਾਰਿਆਂ ਨੂੰ ਕੇਸਾਂ ਤੋਂ ਫੜ ਫੜ ਕੇ ਦੂਰ ਸੁੱਟਿਆ, ਉਹਨਾਂ ਦੇ ਵਿੱਚ ਰੌਲਾ ਰੱਪਾ ਮਚ ਗਿਆ। ਬੜੇ ਬੜੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਏ ਕੈ। ਵੱਡੇ ਵੱਡੇ ਸੂਰਮੇ ਜਿਹੜੇ ਸਨ, ਦੇਵੀ ਦੁਰਗਾ ਨੇ ਆਪਣੇ ਹੱਥ ਵਿੱਚ ਜਿਹੜਾ ਫੜਿਆ ਹੋਇਆ ਸੀ ਕਮਾਨ, ਕੋਟੀ ਤੋਂ ਭਾਵ ਹੁੰਦਾ ਹੈ ਕਮਾਨ ਦਾ ਗੋਸ਼ਾ, ਕਮਾਨ ਦੇ ਗੋਸ਼ੇ ਨਾਲ ਹੀ ਚੁੱਕ ਚੁੱਕ ਕੇ ਜਿਹੜੇ ਸਨ ਉਹ ਦੂਰ ਸੁੱਟ ਦਿੱਤੇ। ਰਣ ਕਾਲੀ ਗੁੱਸਾ ਖਾਏ ਕੈ। ਰਣ ਦੇ ਵਿੱਚ ਕਾਲੀ ਜਿਹੜੀ ਸੀ ਉਸ ਨੇ ਬਹੁਤ ਗੁੱਸਾ ਖਾ ਕੇ ਇਸ ਤਰ੍ਹਾਂ ਦਾ ਜੰਗ ਜਿਹੜਾ ਸੀ ਉਸ ਨੇ ਵੀ ਕੀਤਾ। ਦੁਹਾਂ ਕੰਦਾਰਾਂ ਮੋਹ ਜੁੜੇ ਅਣੀਆਂ ਰਚੋਈਆਂ। ਦੋਹਾਂ ਦਲਾਂ ਦਾ, ਮੋਰਲੀ ਕਤਾਰਾਂ ਦਾ ਜਿਹੜਾ ਸੀ ਮੁਕਾਬਲਾ ਹੋਇਆ। ਦੋਹਾਂ ਕੰਧਾਰਾਂ ਮੋਹ ਜੁੜੇ, ਆਮੋ ਸਾਹਮਣੇ ਡਟ ਗਏ। ਅਣੀਆਂ ਰਚੋਈਆਂ, ਅਣੀਆਂ ਤੋਂ ਭਾਵ ਹੁੰਦਾ ਹੈ ਚੁੰਝਾਂ, ਤੀਰਾਂ ਅਤੇ ਨੇਜ਼ਿਆਂ ਦੀਆਂ ਚੁੰਝਾਂ ਜਿਹੜੀਆਂ ਸਨ ਉਹ ਰਚੋਈਆਂ ਤੋਂ ਭਾਵ ਹੈ ਉਹਨਾਂ ਦੇ ਸਰੀਰਾਂ ਵਿੱਚ ਰਚ ਗਈਆਂ, ਉਹਨਾਂ ਦੇ ਸਰੀਰਾਂ ਵਿੱਚ ਖੁੱਭ ਗਈਆਂ। ਤੁਹ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ। ਤੇ ਉਹਨਾਂ ਨੇ ਤੂੰ ਕਿਰਪਾਨਾਂ ਤਿੱਖੀਆਂ ਤਿੱਖੀਆਂ ਕਿਰਪਾਨਾਂ ਮਿਆਨਾਂ ਵਿੱਚੋਂ ਖਿੱਚ ਕੇ
ਤੇ ਲਹੂ ਦੇ ਨਾਲ ਉਹਨਾਂ ਦਾ ਇਸ਼ਨਾਨ ਕਰਵਾ ਸੁੱਟਿਆ, ਧੋ ਲਈਆਂ। ਹੂਰਾਂ ਸਰਣਵਤ ਬੀਜ ਨੂੰ ਘਤ ਘੇਰ ਖਲੋਈਆਂ। ਹੁਣ ਉਹਦਾ ਆਖਰੀ ਸਮਾਂ ਜਿਹੜਾ ਸੀ ਉਹ ਆ ਗਿਆ ਸਰੋਣਤ ਬੀਜ ਦਾ। ਇਸ ਵਾਸਤੇ ਸਾਹਿਬ ਫਰਮਾਨ ਕਰਦੇ ਹਨ ਕਿ ਉਸ ਨੂੰ ਵੇਖਣ ਵਾਸਤੇ, ਉਹਨੂੰ ਵਰਨ ਵਾਸਤੇ ਜਿਹੜੀਆਂ ਹੂਰਾਂ ਹਨ, ਕਿਉਂਕਿ ਆਮ ਇੱਕ ਪ੍ਰਚਲਿਤ ਗੱਲ ਹੈ, ਜਿਸ ਤਰ੍ਹਾਂ ਇਸਲਾਮ ਮੱਤ ਵਾਲੇ ਮੰਨਦੇ ਨੇ, ਉਹ ਕਹਿੰਦੇ ਨੇ ਕਿ ਜਿਹੜਾ ਮਨੁੱਖ ਪ੍ਰਵਾਨ ਹੋ ਜਾਂਦਾ ਉਸ ਨੂੰ 72 ਹੂਰਾਂ ਜਿਹੜੀਆਂ ਨੇ ਉਹ ਜੰਨਤ ਵਿੱਚ ਮਿਲਦੀਆਂ ਹਨ। ਇਸੇ ਤਰ੍ਹਾਂ ਸੂਰਮਿਆਂ ਬਾਰੇ ਮੰਨਿਆ ਜਾਂਦਾ ਹੈ ਕਿ ਸੂਰਮਿਆਂ ਨੂੰ ਹੂਰਾਂ ਜਿਹੜੀਆਂ ਨੇ ਉਹ ਵਰਦੀਆਂ ਨੇ। ਸਾਡੇ ਇਤਿਹਾਸ ਦੇ ਧਾਰਮਿਕ ਗ੍ਰੰਥਾਂ ਵਿੱਚ, ਸਿੱਖ ਮੱਤ ਦੇ ਗ੍ਰੰਥਾਂ ਵਿੱਚ ਵੀ ਇਹ ਗੱਲ ਜਿਹੜੀ ਹੈ ਇਹ ਬਹੁਤ ਥਾਵਾਂ 'ਤੇ ਆਈ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਬੜੀ ਥਾਂ ਲਿਖੀ ਹੈ ਕਿ ਸੂਰਮਿਆਂ ਨੂੰ ਵਰਨ ਵਾਸਤੇ ਉਹ ਹੂਰਾਂ ਜਿਹੜੀਆਂ ਹਨ ਉਹ ਆਈਆਂ। ਹੂਰਾਂ ਸਰਣਵਤ ਬੀਜ ਨੂੰ ਘੱਤ ਘੇਰ ਖਲੋਈਆਂ, ਉਹਦਾ ਘੇਰਾ ਘੱਤ ਕੇ ਖਲੋ ਗਈਆਂ। ਲਾੜਾ ਦੇਖਣ ਲਾੜੀਆਂ ਚੌਗਿਰਦੈ ਹੋਈਆਂ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਸ ਨੂੰ ਵਰਨ ਵਾਸਤੇ, ਉਸ ਨੂੰ ਵਰ ਰੂਪ ਵਿੱਚ ਪ੍ਰਵਾਨ ਕਰਨ ਵਾਸਤੇ ਲਾੜੀਆਂ ਬਣ ਕੇ, ਉਹ ਵਹੁਟੀਆਂ ਬਣ ਕੇ, ਉਹਦੀਆਂ ਪਤਨੀਆਂ ਬਣ ਕੇ ਉਸ ਨੂੰ ਵੇਖਣ ਲਈ ਉਹਦੇ ਚੌਗਿਰਦੇ ਛਾ ਗਈਆਂ ਸਨ, ਉਸ ਦੇ ਚੌਗਿਰਦੇ ਹੋ ਗਈਆਂ ਸਨ। 24 ਤੌਂਸਾ ਪਾਈਆਂ ਦਲਾ ਮੁਕਾਬਲਾ। ਨਗਾਰਿਆਂ ਦੇ ਉੱਤੇ ਫਿਰ ਚੋਬਾਂ ਵੱਜੀਆਂ। 24 ਤੋਂ ਭਾਵ ਇਹ ਵੀ ਲੈਂਦੇ ਨੇ ਕਿ ਨਗਾਰਚੀਆਂ ਨੇ ਜਿਹੜੀਆਂ ਸੱਟਾਂ ਸਨ ਨਗਾਰਿਆਂ ਦੇ ਉੱਤੇ ਲਾਈਆਂ। 24 ਧੌਂਸਾਂ ਪਾਈਆਂ, ਦਲਾਂ ਮੁਕਾਬਲਾ, ਦਲਾਂ ਦਾ ਮੁਕਾਬਲਾ ਪ੍ਰਾਰੰਭ ਹੋਇਆ। ਦਸਤੀ ਧੂਹਨ ਚਾਈਆਂ ਤੇ ਗਾਂ ਨੰਗੀਆਂ। ਹੱਥਾਂ ਦੇ ਵਿੱਚ ਮਿਆਨਾਂ ਚੋਂ ਕੱਢ ਕੇ ਤਲਵਾਰਾਂ, ਨੰਗੀਆਂ ਤਲਵਾਰਾਂ ਜਿਹੜੀਆਂ ਸੀ ਉਹ ਹੱਥਾਂ ਦੇ ਵਿੱਚ ਘੁਮਾਈਆਂ ਸੂਰਮਿਆਂ ਨੇ। ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ। ਜਿਹੜੀਆਂ ਤਲਵਾਰਾਂ ਗੋਸ਼ਤ ਭਾਵ ਮਾਸ ਖਾਣ ਗਿੱਜੀਆਂ ਹੋਈਆਂ ਸਨ। ਗਿੱਧੀਆਂ ਤੋਂ ਭਾਵ ਹੈ ਗਿੱਜੀਆਂ ਹੋਈਆਂ ਸਨ। ਗਿੱਧੀਆਂ ਦਾ ਇੱਕ ਹੋਰ ਅਰਥ ਵੀ ਕਰਦੇ ਨੇ, ਘਿੱਦੀਆਂ ਤੋਂ ਅਰਥ ਲੈਂਦੇ ਨੇ। ਘਿੱਦੀਆਂ ਦਾ ਭਾਵ ਹੁੰਦਾ ਹੈ ਲੈਣਾ, ਕਿਸੇ ਦਾ ਮਾਸ ਲੈ ਲੈਣ ਵਾਲੀਆਂ, ਕਿਸੇ ਦਾ ਸਰੀਰ ਲੈ ਲੈਣ ਵਾਲੀਆਂ, ਕਿਸੇ ਦਾ ਪ੍ਰਾਣ ਲੈ ਲੈਣ ਵਾਲੀਆਂ ਉਹ ਜਿਹੜੀਆਂ ਤਲਵਾਰਾਂ ਸਨ ਉਹ ਸੂਰਮਿਆਂ ਦੇ ਉੱਤੇ ਉਹ ਚੱਲੀਆਂ। ਫਿਰ ਪੜ੍ਹ ਦਿਓ। ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ। ਇਸ ਤਰ੍ਹਾਂ ਗੋਸ਼ਤ ਖਾਣ ਨੂੰ, ਮਾਸ ਖਾਣ ਨੂੰ ਗਿੱਜੀਆਂ ਹੋਈਆਂ ਤਲਵਾਰਾਂ ਜਿਹੜੀਆਂ ਸਨ ਉਹ ਸੂਰਮਿਆਂ ਦੇ ਤਨ ਉੱਤੇ ਲੱਗੀਆਂ। ਵਿਦਣੇ ਰਾਤੀ ਆਈਆਂ ਮਰਦਾਂ ਘੋੜਿਆਂ। ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਕਿ ਦੁਖਦਾਈ ਰਾਤ ਜਿਹੜੀ ਹੈ ਮਰਦਾਂ ਅਤੇ ਘੋੜਿਆਂ ਵਾਸਤੇ ਬਣ ਗਈ ਹੈ। ਭਾਵ ਘੋੜੇ ਵੀ ਮਰ ਰਹੇ ਹਨ, ਮਰਦ ਵੀ ਜਿਹੜੇ ਨੇ ਉਹ ਮੈਦਾਨੇ ਜੰਗ ਵਿੱਚ ਸੂਰਮੇ ਜਿਹੜੇ ਨੇ ਉਹ ਵੀ ਮਰ ਰਹੇ ਨੇ। ਸਾਰਿਆਂ ਵਾਸਤੇ ਦੁੱਖ ਭਰੀ ਰਾਤ ਬਣੀ ਹੋਈ ਹੈ। ਜੋਗਣੀਆਂ ਮਿਲ ਥਾਈਆਂ ਲੋਹੂ ਪਖਣਾ। ਲਹੂ ਨੂੰ ਭਖਣ ਵਾਲੀਆਂ, ਮਾਸ ਖਾਣ ਵਾਲੀਆਂ ਜਿਹੜੀਆਂ ਜੋਗਣਾਂ ਹਨ ਉਹ ਵੀ ਇਕੱਠੀਆਂ ਹੋ ਕੇ ਆ ਗਈਆਂ। ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ। ਦੇਵਤਿਆਂ ਨੇ ਦਾਨਵਾਂ ਦੀਆਂ, ਰਾਖਸ਼ਾਂ ਦੀਆਂ ਫੌਜਾਂ ਜਿਹੜੀਆਂ ਸਨ ਮਾਰ ਕੇ ਪਿਛਾਂ ਹਟਾ ਦਿੱਤੀਆਂ। ਭਜਦੀ ਕਥਾ ਸੁਣਾਈਆਂ ਰਾਜੇ ਸੁੰਬਥ ਹੈ। ਜਿਹੜੇ ਉਹਨਾਂ ਦੇ ਵਿੱਚੋਂ ਬਚੇ ਸਨ, ਜਿਹੜੇ ਪਿਛਾਂ ਮੁੜੇ ਸਨ, ਉਹਨਾਂ ਨੇ ਭੱਜਦਿਆਂ ਹੋਇਆਂ ਜਾ ਕੇ ਆਪਣੇ ਰਾਜੇ ਸੁੰਭ ਨੂੰ ਇਹ ਸਾਰੀ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸੁਣਾ ਦਿੱਤੀ ਕਿ ਕਿਸ ਤਰ੍ਹਾਂ ਸਰੋਣਤ ਬੀਜ ਜਿਹੜਾ ਹੈ ਉਹ ਮਾਰਿਆ ਗਿਆ, ਉਹਦੇ ਸੂਰਮੇ ਕਿਸ ਤਰ੍ਹਾਂ ਮਾਰੇ ਗਏ ਨੇ, ਮੈਦਾਨਾ ਜੰਗ ਜਿਹੜਾ ਹੈ ਉਹ ਕਿਸ ਤਰ੍ਹਾਂ ਖਾਲੀ ਹੋ ਗਿਆ। ਇਸ ਸਾਰੀ ਵਾਰਤਾ ਨੂੰ ਉਹਨਾਂ ਨੇ ਦੱਸਿਆ। ਕੋਈ ਨ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ। ਕਹਿਣ ਲੱਗੇ ਸਾਨੂੰ ਜਿਸ ਗੱਲ ਦਾ ਬੜਾ ਮਾਣ ਸੀ ਕਿ ਸਰੋਣਤ ਬੀਰ 'ਤੇ ਲੱਗਿਆ ਹੋਇਆ ਸ਼ਸਤਰ ਜਦੋਂ ਲੱਗੇਗਾ ਤੇ ਬਹੁਤ ਸਾਰੀਆਂ ਉਹਦੇ ਸਰੀਰ 'ਚੋਂ ਜਿਹੜੀਆਂ ਬੂੰਦਾਂ ਧਰਤੀ 'ਤੇ ਡਿੱਗਣਗੀਆਂ, ਉਹਦੇ 'ਚੋਂ ਸੂਰਮੇ ਬਣ ਕੇ ਉਸੇ ਤਰ੍ਹਾਂ ਦੇ ਹੀ ਪੈਦਾ ਹੋ ਕੇ ਫਿਰ ਮੈਦਾਨੇ ਜੰਗ ਵਿੱਚ ਲੜਨ ਲਈ ਤਿਆਰ ਹੋ ਜਾਣਗੇ। ਪਰ ਐਸੀ ਖੇਡ ਵਰਤੀ ਹੈ ਕਿ ਕਾਲੀ ਦੇਵੀ ਨੇ ਉਹ ਜਿਹੜੀਆਂ ਬੂੰਦਾਂ ਧਰਤੀ 'ਤੇ ਡਿੱਗਣੀਆਂ ਸਨ ਉਹ ਧਰਤੀ 'ਤੇ ਡਿੱਗਣ ਹੀ ਨਹੀਂ ਦਿੱਤੀਆਂ। ਕਾਲੀ ਖੇਤ ਖਪਾਈਆਂ ਸਭੇ ਸੂਰਤਾਂ। ਅਤੇ ਸਰੋਣਤ ਬੀਜ ਦੀਆਂ, ਰਕਤ ਬੀਜ ਦੀਆਂ ਸਾਰੀਆਂ ਸ਼ਕਲਾਂ ਜਿਹੜੀਆਂ ਸਨ ਉਹ ਮੈਦਾਨ ਵਿੱਚ ਹੀ
ਖਤਮ ਕਰ ਦਿੱਤੀਆਂ ਹਨ ਕਾਲੀ ਨੇ। ਬਹੁਤੀ ਸ੍ਰੀ ਵਿਹਾਈਆਂ ਘੜੀਆਂ ਕਾਲ ਕੀਆਂ, ਮੌਤ ਦੀਆਂ ਘੜੀਆਂ, ਆਖਰੀ ਘੜੀਆਂ ਜਿਹੜੀਆਂ ਨੇ ਬਹੁਤ ਸਾਰਿਆਂ ਦੇ ਸਿਰਾਂ ਉੱਤੇ ਬੀਤ ਗਈਆਂ ਹਨ। ਜਾਣ ਨ ਜਾਏ ਮਾਈਆਂ ਜੁਝੇ ਸੂਰਮੇ, ਉਹ ਸੂਰਮੇ ਮੈਦਾਨੇ ਜੰਗ ਵਿੱਚ ਮਾਰੇ ਗਏ ਨੇ, ਜੂਝ ਗਏ ਨੇ, ਖਤਮ ਹੋ ਗਏ ਨੇ, ਪਰ ਉਹਨਾਂ ਦਾ ਹੁਣ ਮਾਸ ਵੀ ਨਹੀਂ ਲੱਭਦਾ ਉੱਥੇ। ਇਸ ਤਰ੍ਹਾਂ ਜਾਪਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਮਾਵਾਂ ਨੇ ਜੰਮਿਆ ਹੀ ਨਾ ਹੋਵੇ। ਸੁੰਭ ਸੁਣੀ ਕਰਹਾਲੀ ਸਰਣਵਤ ਬੀਜ ਦੀ, ਜਦੋਂ ਸਰੋਣਤ ਬੀਜ ਦੀ, ਰਕਤ ਬੀਜ ਦੀ ਇਹ ਸਾਰੀ ਵਿਰਲਾਪ ਭਰੀ ਕਥਾ ਜਿਹੜੀ ਉਸ ਤੋਂ ਭੱਜ ਕੇ ਆਇਆ ਹੋਇਆ ਰਾਖਸ਼ਾਂ ਨੇ ਰਾਜੇ ਸੁੰਭ ਨੂੰ ਸੁਣਾਈ ਸੀ, ਉਹ ਸੁਣ ਲਈ। ਰਣ ਵਿੱਚ ਕਿਨੇ ਨ ਚਾਲੀ ਦੁਰਗਾ ਆਵੰਦੀ, ਉਸ ਨੇ ਇਹ ਸੁਣਿਆ ਕਿ ਕਿਸੇ ਨੇ ਵੀ ਦੁਰਗਾ ਆਉਂਦੀ ਹੋਈ ਨੂੰ ਮੈਦਾਨੇ ਜੰਗ ਵਿੱਚ ਕਿਸੇ ਨੇ ਝੱਲਿਆ ਹੀ ਨਹੀਂ। ਬਹੁਤੇ ਵੀਰ ਜਟਾਲੀ ਉੱਠੇ ਆਖ ਕੈ, ਬਹੁਤੇ ਵੀਰ ਜਟਾਲੀ, ਜਟਾਲੀ ਤੋਂ ਭਾਵ ਹੁੰਦਾ ਹੈ ਰੌਲਾ ਰੱਪਾ ਪਾਉਣ ਵਾਲੇ। ਜਿਹੜੇ ਬਹੁਤ ਸਾਰੇ ਜਟਾਲੀ ਲੋਕ ਸਨ, ਰੌਲਾ ਰੱਪਾ ਪਾਉਣ ਵਾਲੇ, ਗੱਲਾਂ ਕਰਨ ਵਾਲੇ ਲੋਕ ਸਨ, ਬਹੁਤੇ ਵੀਰ ਜਟਾਲੀ ਉੱਠੇ ਆਖ ਕੈ, ਇੱਦਾਂ ਆਖ ਕੇ ਉੱਠ ਪਏ। ਚੋਟਾਂ ਪਾਣ ਤਬਾਲੀ ਜਾਸਾਂ ਜੁੱਧ ਨੂੰ, ਉਹ ਆਖਣ ਲੱਗੇ, ਸਾਰੇ ਜਣੇ ਰੌਲਾ ਰੱਪਾ ਪਾਉਣ ਲੱਗ ਪਏ, ਕਹਿਣ ਲੱਗੇ ਹੈ ਤਬਾਲੀ, ਤਬਲਚੀ, ਤੁਸੀਂ ਸਾਰੇ ਦੇ ਸਾਰੇ ਜਿੰਨੇ ਵੀ ਇੱਥੇ ਤਬਲਚੀ ਹੈਗੇ ਹੋ, ਜਿੰਨੇ ਨਗਾਰੇ ਵਜਾਉਣ ਵਾਲੇ ਹੋ, ਸਾਰੇ ਚੋਟਾਂ ਲਾ ਦਿਓ, ਅਸੀਂ ਜਾਵਾਂਗੇ ਹੁਣ ਯੁੱਧ ਨੂੰ। ਥਰ ਥਰ ਪ੍ਰਿਥਵੀ ਚਾਲੀ ਦਲਾਂ ਚੜ੍ਹੰਦਿਆਂ, ਉਹ ਗੁੱਸੇ ਵਿੱਚ ਆਣ ਕੇ ਜੋਸ਼ ਤੇ ਭਰੇ ਹੋਏ ਬਹਾਦਰ ਰਾਕਸ਼ ਜਿਹੜੇ ਸਨ, ਜਦੋਂ ਮੈਦਾਨੇ ਜੰਗ ਨੂੰ ਚੱਲੇ ਤੇ ਇਸ ਤਰ੍ਹਾਂ ਹੋਇਆ ਕਿ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਉਹਨਾਂ ਦੇ ਚੱਲਣ ਨਾਲ ਥਰ ਥਰ ਰਾਹਟ ਆ ਗਈ ਧਰਤੀ ਵਿੱਚ, ਧਰਤੀ ਕੰਬ ਉੱਠੀ। ਨਾਓ ਜਿਵੇਂ ਹੈ ਹਾਲੀ ਸਹ ਦਰਿਆਓ ਵਿੱਚ, ਧਰਤੀ ਇਸ ਤਰ੍ਹਾਂ ਕੰਬੀ ਉਹਨਾਂ ਦੇ ਤੁਰਨ ਦੇ ਨਾਲ, ਇਸ ਦਲ ਦੀ ਚੜ੍ਹਾਈ ਦੇ ਨਾਲ, ਜਿਸ ਤਰ੍ਹਾਂ ਸੌ ਸਾਗਰ ਦੇ ਵਿੱਚ, ਬਹੁਤ ਸਾਰਾ ਵੱਡਾ ਸਾਗਰ ਦੇ ਵਿੱਚ ਜਦੋਂ ਪਾਣੀ ਦੇ ਵਿੱਚ ਬੇੜੀ ਚੱਲਦੀ ਹੈ ਤੇ ਉਹਦੇ ਵਿੱਚ ਜਦੋਂ ਲਹਿਰਾਂ ਆਉਂਦੀਆਂ ਨੇ ਤੇ ਉਹ ਜਿਹੜੀ ਬੇੜੀ ਹੈ ਉਹ ਜਿੱਦਾਂ ਹਿੱਲਦੀ ਹੈ, ਇਸ ਤਰ੍ਹਾਂ ਹੀ ਇਹ ਧਰਤੀ ਜਿਹੜੀ ਹੈ ਉਹ ਵੀ ਹਿੱਲ ਪਈ ਸੀ। ਧੂੜੇ ਉਤਾਹਾਂ ਕਾਲੀ ਛੜੀ ਤੁਰੰਗਮਾ, ਤੁਰੰਗਮਾ ਤੋਂ ਭਾਵ ਹੁੰਦਾ ਹੈ ਘੋੜਿਆਂ, ਘੋੜਿਆਂ ਆਦਿਕ ਵਾਹਨਾਂ ਦੀਆਂ ਛੜਾਂ, ਭਾਵ ਉਹਨਾਂ ਦੇ ਪੈਰਾਂ ਦੇ ਨਾਲ ਜਿਹੜੀ ਉਹ ਧੂੜ ਸੀ ਉਹ ਉਤਾਂਹ ਨੂੰ ਉੱਠੀ। ਜਾਨ ਪੁਕਾਰੂ ਚਾਲੀ ਧਰਤੀ ਇੰਦਰ ਥੈ, ਤੇ ਉਹ ਧੂੜ ਇੰਨੀ ਜ਼ਿਆਦਾ ਸੀ, ਮਿੱਟੀ ਇੰਨੀ ਜ਼ਿਆਦਾ ਸੀ, ਭਾਵ ਇਦਾਂ ਲੱਗਦਾ ਸੀ ਕਿ ਜਿਵੇਂ ਸਾਰੀ ਦੀ ਸਾਰੀ ਹੀ ਧਰਤੀ ਜਿਹੜੀ ਆ ਉਹ ਉੱਪਰ ਆ ਗਈ, ਉੱਪਰ ਨੂੰ ਚੱਲ ਪਈ ਹੋਵੇ, ਹੇਠਾਂ ਧਰਤੀ ਹੋਵੇ ਹੀ ਨਾ, ਤੇ ਉਹ ਧਰਤੀ ਜਿਹੜੀ ਆ ਇੰਦਰ ਕੋਲ ਪੁਕਾਰ ਕਰਨ ਵਾਸਤੇ ਚੱਲੀ ਹੋਵੇ। ਆਹਰ ਮਿਲਿਆ ਆਹਰੀਆਂ ਸੈਨ ਸੂਰਿਆਂ ਸਾਜੀ, ਜਿਹੜਾ ਵੀ ਮਨੁੱਖ ਕੋਈ ਵੀ ਕੰਮ ਕਰਦਾ ਹੈ ਉਹ ਉਹਦੇ ਵਾਸਤੇ ਉਦਮ ਕਰਦਾ ਹੈ। ਨਾਮ ਜਪਣ ਵਾਲਾ ਨਾਮ ਜਪਣ ਦਾ ਉਦਮ ਕਰਦਾ ਹੈ, ਧਨ ਕਮਾਉਣ ਵਾਲਾ ਧਨ ਦਾ ਉਦਮ ਕਰਦਾ ਹੈ, ਕਿਉਂਕਿ ਉਦਮ ਤੋਂ ਬਿਨਾਂ ਨਾ ਧਨ ਕਮਾਇਆ ਜਾ ਸਕਦਾ ਹੈ, ਨਾ ਨਾਮ ਕਮਾਇਆ ਜਾ ਸਕਦਾ ਹੈ, ਤੇ ਨਾ ਹੀ ਮੈਦਾਨੇ ਜੰਗ ਵਿੱਚ ਜੂਝਿਆ ਜਾ ਸਕਦਾ ਹੈ। ਕੋਈ ਵੀ ਕੰਮ ਜਿਹੜਾ ਹੈ ਆਖਰ ਤੇ ਉਦਮ ਨਾਲ ਹੋਣਾ। ਆਹਰ ਨਹੀਂ, ਜਿੰਨਾ ਚਿਰ ਮਨੁੱਖ ਨੂੰ ਉਹਨਾਂ ਚਿਰ ਆਹਰ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਹੁਣ ਜਿਨ੍ਹਾਂ ਦਾ ਆਹਰ ਹੀ ਜੰਗ ਕਰਨਾ ਸੀ, ਜਿਨ੍ਹਾਂ ਦਾ ਉਦਮ ਹੀ ਜੰਗ ਕਰਨਾ ਸੀ, ਉਹਨਾਂ ਨੂੰ ਆਹਰ ਮਿਲ ਗਿਆ, ਆਹਰ ਮਿਲਿਆ। ਆਹਰੀਆਂ ਸੈਨ ਸੂਰਿਆਂ ਸਾਜੀ, ਅਤੇ ਸੂਰਮਿਆਂ ਨੇ ਸੈਨਾ ਫਿਰ ਇਕੱਠੀ ਕਰ ਲਈ। ਚੱਲੇ ਸੌਹੇ ਦੁਰਗਸ਼ਾ ਜਨ ਕਾਬੈ ਹਾਜੀ, ਦੇਵੀ ਦੁਰਗਾ ਦੇ ਸਾਹਮਣੇ ਉਹ ਚੱਲ ਪਏ। ਮੈਦਾਨੇ ਜੰਗ ਨੂੰ ਜਦੋਂ ਚੱਲੇ ਤੇ ਕਹਿੰਦੇ ਨੇ ਬੜਾ ਜ਼ਿਆਦਾ, ਸਾਹਿਬ ਕਹਿੰਦੇ ਨੇ ਬੜਾ ਚਾਅ ਸੀ ਉਹਨਾਂ ਦੇ ਅੰਦਰ। ਕਿੱਦਾਂ ਦਾ ਚਾਅ ਸੀ? ਜਿਸ ਤਰ੍ਹਾਂ ਮੱਕੇ ਦਾ, ਕਾਬੇ ਦਾ ਹੱਜ ਕਰਨ ਵਾਸਤੇ ਹਾਜੀ ਲੋਕ ਜਾਂਦੇ ਨੇ ਨਾ, ਤੇ ਉਹ ਬੜੇ ਚਾਅ ਨਾਲ ਇਕੱਠੇ ਹੋ ਕੇ ਜਾਂਦੇ ਨੇ, ਇਸ ਤਰ੍ਹਾਂ ਸੂਰਮੇ ਵੀ ਮੈਦਾਨੇ ਜੰਗ ਨੂੰ ਜਾ ਰਹੇ ਸਨ। ਤੀਰੀ ਤੇਗੀ ਜਮ ਤੜੀ ਰਣ ਵੰਡੀ ਭਾਜੀ, ਤੇ ਉਥੇ ਭਾਜੀ ਵੰਡੀ ਜਾ ਰਹੀ ਸੀ। ਭਾਜੀ ਭਾਵ ਨਿਉਂਦਰੇ ਦਿੱਤੇ ਜਾ ਰਹੇ ਸਨ, ਭਾਜੀ ਦਿੱਤੀ ਜਾ ਰਹੀ ਸੀ। ਇੰਜ ਕਹਿ ਲਓ ਕਿ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ। ਉਹ ਮਠਿਆਈਆਂ ਕਾਹਦੀਆਂ ਸਨ? ਤੀਰਾਂ ਦੀਆਂ, ਤੇਗਾਂ ਦੀਆਂ। ਤੀਰੀ, ਤੇਗੀ, ਜਮ ਧੜੀ ਅਤੇ ਕਟਾਰਾਂ ਦੀਆਂ ਜਿਹੜੀਆਂ ਭਾਜੀਆਂ ਸਨ ਉਹ ਵੰਡੀਆਂ ਜਾ ਰਹੀਆਂ ਸਨ।
ਇਕ ਘਾਇਲ ਘੁੰਮਣ ਸੂਰਮੇ ਜਨ ਮਕਤਬ ਕਾਜੀ। ਇੱਕ ਜ਼ਖਮੀ ਹੋਏ ਸੂਰਮੇ ਜਿਹੜੇ ਸਨ ਉਹ ਘੁੰਮਦੇ ਹੋਏ ਇਸ ਤਰ੍ਹਾਂ ਜਾਪ ਰਹੇ ਸਨ ਕਿ ਜਿਸ ਤਰ੍ਹਾਂ ਮਕਤਬ ਮਦਰਸੇ ਦੇ ਵਿੱਚ, ਮਸਜਿਦ ਦੇ ਵਿੱਚ ਜਦੋਂ ਕੋਈ ਕਾਜੀ ਕਿਸੇ ਨੂੰ ਨਮਾਜ਼ ਪੜ੍ਹਾ ਰਹੇ ਹੋਣ, ਕੁਰਾਨ ਪੜ੍ਹਾ ਰਹੇ ਹੋਣ, ਤੇ ਉਹ ਇਸ ਤਰ੍ਹਾਂ ਬੈਠ ਜਾਂਦੇ ਨੇ ਤੇ ਉਹ ਝੂਮਦਾ ਕਾਜੀ ਵਿੱਚ ਨਾਲੇ ਫਿਰੀ ਜਾਂਦਾ ਤੇ ਨਾਲੇ ਉਹਨਾਂ ਨੂੰ ਪੜ੍ਹਾਉਂਦਾ। ਕਹਿੰਦੇ ਨੇ ਇਸ ਤਰ੍ਹਾਂ ਉਹ ਝੂਮ ਕੇ ਜਿਸ ਤਰ੍ਹਾਂ ਕਾਜੀ ਪੜ੍ਹਾਉਂਦੇ ਨੇ ਉਸ ਤਰ੍ਹਾਂ ਉਹ ਸੂਰਮੇ ਜਿਹੜੇ ਸਨ ਉਹ ਮੈਦਾਨੇ ਜੰਗ ਵਿੱਚ ਝੂਮ ਰਹੇ ਸਨ। ਇਕ ਵੀਰ ਪਰੋਤੇ ਬਰਛੀਏ ਜਿਉ ਝੁਕ ਪਾਉਣ ਨਿਵਾਜੀ। ਕਈ ਸੂਰਮੇ ਜਿਹੜੇ ਸਨ ਉਹ ਬਰਸ਼ੀਆਂ ਦੇ ਵਿੱਚ, ਨੇਜ਼ਿਆਂ ਦੇ ਵਿੱਚ ਪਰੋਏ ਹੋਏ ਸਨ ਤੇ ਇੱਦਾਂ ਜਾਪ ਰਿਹਾ ਸੀ ਕਿ ਜਿਵੇਂ ਨਮਾਜ਼ੀ ਜਿਹੜੇ ਨੇ, ਨਮਾਜ਼ ਕਰਨ ਵਾਲੇ ਲੋਕ ਜਿਹੜੇ ਨੇ ਉਹ ਸਿਜਦਾ ਕਰ ਰਹੇ ਹੋਣ, ਝੁਕੇ ਹੋਏ ਹੋਣ। ਇਕ ਦੁਰਗਾ ਸੋਹੇ ਖੁਨ ਸਕੈ ਖੁਨ ਸਾਇਨ ਤਾਜੀ। ਇੱਕ ਦੁਰਗਾ ਦੇ ਸਾਹਮਣੇ ਗੁੱਸਾ ਕਰਕੇ ਬੜੇ ਕ੍ਰੋਧ ਵਿੱਚ ਆਣ ਕੇ ਆਪਣੇ ਘੋੜਿਆਂ ਨੂੰ ਜਿਹੜੇ ਸਨ ਉਹ ਜੋਸ਼ ਦਿਵਾ ਕੇ ਅੱਗੇ ਵਧ ਰਹੇ ਸਨ। ਇਕ ਧਾਵਣ ਦੁਰਗਾ ਸਾਹਮਣੇ ਜੋ ਭੁਖਿਆ ਏ ਪਾਜੀ। ਇੱਕ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਦੌੜ ਕੇ ਆ ਰਹੇ ਸਨ ਜਿਸ ਤਰ੍ਹਾਂ ਬਹੁਤ ਲੰਮੇ ਸਮੇਂ ਤੋਂ ਭੁੱਖਾ ਬੰਦਾ ਜਿਹੜਾ ਹੈ ਉਹ ਪ੍ਰਸ਼ਾਦੇ ਵਾਸਤੇ, ਅੰਨ ਵਾਸਤੇ, ਲੰਗਰ ਵਾਸਤੇ ਦੌੜਦਾ, ਹਮਲਾ ਕਰ ਦਿੰਦਾ ਲੰਗਰ ਦੇ ਉੱਤੇ। ਇਸ ਤਰ੍ਹਾਂ ਉਹ ਜਿਸ ਤਰ੍ਹਾਂ ਲੰਗਰ ਉੱਤੇ ਪਾਜੀ ਲੋਕ ਟੁੱਟ ਪੈਂਦੇ ਨੇ, ਇਸ ਤਰ੍ਹਾਂ ਦੇਵੀ ਦੁਰਗਾ ਦੇ ਉੱਤੇ ਟੁੱਟ ਪਏ। ਕਦੇ ਨ ਰੱਜੇ ਝੁੱਜ ਤੇ ਰਜ ਹੋਏ ਰਾਜੀ। ਕਹਿੰਦੇ ਨੇ ਉਹ ਸੂਰਮੇ ਜਿਹੜੇ ਕਦੀ ਰੱਜੇ ਹੀ ਨਹੀਂ ਸਨ ਯੁੱਧ ਕਰਕੇ, ਪਰ ਅੱਜ ਦੇਵੀ ਦੁਰਗਾ ਦੇ ਨਾਲ ਅਤੇ ਦੇਵਤਿਆਂ ਦੇ ਨਾਲ ਯੁੱਧ ਕਰਕੇ, ਦੇਵੀ ਕਾਲਕਾ ਦੇ ਨਾਲ ਯੁੱਧ ਕਰਕੇ ਇਹ ਸਾਰੇ ਦੇ ਸਾਰੇ ਸੂਰਮੇ ਜਿਹੜੇ ਸਨ ਇਹ ਸੰਤੁਸ਼ਟ ਹੋ ਗਏ, ਤ੍ਰਿਪਤ ਹੋ ਗਏ, ਰੱਜ ਗਏ। ਸੋ ਇੰਨੀਆਂ ਬੇਨਤੀਆਂ ਕਰਦਾ ਹੀ ਦਾਸ ਖਿਮਾ ਦਾ ਜਾਚਕ ਹੈ। ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਸਰਬੱਤ ਮਾਈ ਭਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚਾ।